ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 166 ਤੇ ਹੇਠੋਂ 5-6 ਲਾਈਨਾਂ ਛੱਡ ਕੇ ਗੌੜੀ ਬੈਰਾਗਣ ਮਹਿਲਾ ਚੌਥਾ। ਰਾਗ ਦਾ ਨਾਂ ਹੈ ਗੌੜੀ ਬੈਰਾਗਣ। ਮਹਿਲਾ ਚੌਥਾ ਜਾਂ ਮਹੱਲਾ ਚੌਥਾ ਦਾ ਮਤਲਬ ਹੈ ਚੌਥੇ ਪਾਤਸ਼ਾਹ ਦੀ ਬਾਣੀ। ਨਿਤ ਦਿਨਸ ਰਾਤ ਲਾਲਚ ਕਰੇ, ਭਰਮੈ ਭਰਮਾਇਆ। ਵੇਗਾਰ ਫਿਰੈ ਵੇਗਾਰੀਆ, ਸਿਰ ਭਾਰ ਉਠਾਇਆ। ਜੋ ਗੁਰ ਕੀ ਜਨ ਸੇਵਾ ਕਰੇ, ਸੋ ਘਰ ਕੈ ਕੰਮ ਹਰ ਲਾਇਆ। ਨਿਤ ਮੈਨੇ ਹਮੇਸ਼ਾ। ਨਿਤ ਹਿੰਦੀ ਦਾ ਸ਼ਬਦ ਹੈ, ਉਸ ਤੋਂ ਪੰਜਾਬੀ 'ਚ ਵੀ ਆ ਗਿਆ ਨਿਤ। ਨਿਤ ਹੁੰਦਾ ਹਮੇਸ਼ਾ ਰਹਿਣ ਵਾਲੀ ਚੀਜ਼ ਨੂੰ ਕਹਿੰਦੇ। ਨਿਤ ਦਿਨ ਰਾਤ ਲਾਲਚ ਕਰੇ। ਇਹ ਮਨੁੱਖ ਦਿਨ ਰਾਤ ਲਾਲਚ ਕਰਦਾ, ਪਰ ਮੈਂ ਭਰਮਾਇਆ, ਇਸ ਲਈ ਫਿਰ ਭਟਕਦਾ ਰਹਿੰਦਾ ਹੈ। ਲਾਲਚੀ ਬੰਦੇ ਨੂੰ ਸ਼ਾਂਤੀ ਨਹੀਂ ਹੁੰਦੀ ਕਦੇ। ਉਹ ਲਾਲਚ ਦੀ ਖਾਤਰ ਹੋਰ ਮਿਲੇ, ਇਸ ਤਰ੍ਹਾਂ ਉਹ ਅਸ਼ਾਂਤ ਰਹਿੰਦਾ ਹੈ ਅਤੇ ਭਟਕਦਾ ਰਹਿੰਦਾ ਹੈ। ਵੇਗਾਰ ਫਿਰੈ ਵੇਗਾਰੀਆ। ਪੁਰਾਣੇ ਜ਼ਮਾਨੇ 'ਚ ਨਾ ਰਾਜੇ ਮਹਾਰਾਜੇ ਮੁਫਤ ਹੀ ਕੰਮ ਕਰਾ ਲੈਂਦੇ ਸਨ ਲੋਕਾਂ ਤੋਂ, ਪੈਸਾ ਕੋਈ ਨਹੀਂ ਸੀ ਦਿੰਦੇ। ਉਹਨੂੰ ਕਹਿੰਦੇ ਸੀ ਵੇਗਾਰ, ਉਹਨੂੰ ਕਹਿੰਦੇ ਵੇਗਾਰ। ਵੇਗਾਰ ਫਿਰੈ ਵੇਗਾਰੀਆ। ਇਹ ਜਿਹੜਾ ਲਾਲਚੀ ਬੰਦਾ ਹੈ, ਇਸ ਤਰ੍ਹਾਂ ਵੇਗਾਰੀ ਦੀ ਤਰ੍ਹਾਂ ਹੈ। ਤਾਂ ਵੀ ਕੰਮ ਤੇ ਦੂਜਿਆਂ ਦੇ ਕਰਦਾ, ਪਰ ਇਹਨੂੰ ਥਾਂ ਮਿਲਦਾ ਕੁਛ ਨਹੀਂ। ਵੇਗਾਰ ਫਿਰੈ ਵੇਗਾਰੀਆ, ਸਿਰ ਭਾਰ ਉਠਾਇਆ। ਇਹ ਤਾਂ ਦੂਜਿਆਂ ਦੇ ਸਿਰ ਦਾ ਭਾਰ, ਪਾਪਾਂ ਦਾ ਭਾਰ ਚੱਕੀ ਫਿਰਦਾ ਹੈ। ਲਾਲਚੀ ਮਨੁੱਖ ਵੇਗਾਰੀ ਦੀ ਨਿਆਈ ਹੈ, ਜਿਹੜਾ ਕਿ ਲਾਲਚ 'ਚ ਆ ਕੇ ਪਾਪ ਕਰਮ ਕਰਦਾ ਰਹਿੰਦਾ ਹੈ ਅਤੇ ਐਂ ਸਮਝੋ ਇਹ ਲੋਕਾਂ ਦਾ ਭਾਰ ਢੋਂਦਾ ਰਹਿੰਦਾ ਹੈ। ਉਹਦੇ ਬਦਲੇ 'ਚ ਇਹਨੂੰ ਕੁਛ ਨਹੀਂ ਮਿਲਦਾ। ਉਹਨੂੰ ਕਹਿੰਦੇ ਵੇਗਾਰ। ਜਿਵੇਂ ਨਾਮਦੇਵ ਜੀ ਜਾ ਰਹੇ ਸੀ, ਤੁਰੇ ਜਾ ਰਹੇ ਨੇ। ਮਨ 'ਚ ਆਇਆ ਜੇ ਘੋੜੀ ਹੁੰਦੀ, ਘੋੜੀ 'ਤੇ ਚੜ੍ਹ ਕੇ ਚਲੇ ਜਾਂਦੇ। ਇੰਨੇ ਚਿਰ ਉਦੋਂ ਪਠਾਣਾਂ ਦਾ ਰਾਜ ਹੁੰਦਾ ਸੀ। ਇੱਕ ਅੱਗੋਂ ਪਠਾਨ ਆ ਰਿਹਾ, ਨਸਬ ਮਗਰੋਂ ਇੱਕ ਪਠਾਨ ਰਲ ਪਿਆ। ਉਹਨੇ ਦੇਖਿਆ ਇਹ ਹਿੰਦੂ ਜਾ ਰਿਹਾ। ਕਹਿੰਦਾ ਉਹਦੀ ਘੋੜੀ ਸੂਈ ਸੀ ਨਵੀਂ। ਕਹਿੰਦਾ ਮੇਰੀ ਬਛੇਰੀ ਚੱਕ ਕੇ ਲੈ ਕੇ ਚੱਲ। ਅਤੇ ਕਹਾਵਤ ਹੈ, ਮੰਗੀ ਸੀ ਚੜ੍ਹਨ ਲਈ, ਮਿਲ ਗਈ ਚੱਕਣ ਲਈ। ਉਹ ਬੇਗਾਰ ਹੈ, ਉਹਦੇ ਬਾਰੇ ਨੂੰ ਕੁਛ ਦਿੱਤਾ ਨਹੀਂ ਨਾਮਦੇਵ ਜੀ ਨੂੰ। ਕਹਿੰਦਾ ਚਲੋ ਉੱਥੋਂ ਤੱਕ ਛੱਡ ਕੇ ਆ। ਤਕੜੇ ਇਸੇ ਤਰ੍ਹਾਂ ਹੀ ਕਰਿਆ ਕਰ। ਤਾਂ ਹੀ ਤਕੜੇ ਦਾ 37 100, ਉਹੀ ਤਾਂ 5 20 ਦਾ 100 ਹੁੰਦਾ ਨਾ, ਤਕੜੇ ਦਾ 37 100 ਹੁੰਦਾ। ਬੇਗਾਰ ਦਾ ਮਤਲਬ ਹੈ ਤੁਹਾਡੇ ਤੋਂ ਕੰਮ 'ਤੇ ਲੈ ਲਿਆ, ਪਰ ਉਹਦੀ ਮਜ਼ਦੂਰੀ ਨਹੀਂ ਤੁਹਾਨੂੰ ਦਿੱਤੀ। ਉਹਨੂੰ ਬੇਗਾਰ ਵਿਅਰਥ ਹੀ ਹੋਇਆ ਨਾ। ਫਿਰ ਉਹ ਵਿਅਰਥ ਦੇ ਕੰਮ ਕਰਦਾ ਰਹਿੰਦਾ ਹੈ। ਲੋਕਾਂ ਦੇ ਸਿਰ 'ਤੇ ਆਪਣੇ ਸਿਰ 'ਤੇ ਲੋਕਾਂ ਦਾ ਭਾਰ ਚੱਕੀ ਫਿਰਦਾ ਹੈ, ਅਤੇ ਫਾਇਦਾ ਕੋਈ ਹੈ ਨਹੀਂ। ਜੋ ਗੁਰ ਕੀ ਜਨ ਸੇਵਾ ਕਰੇ। ਜਿਹੜਾ ਗੁਰੂ ਦੀ ਸੇਵਾ ਕਰਦਾ, ਸੋ ਘਰ ਕੈ ਕੰਮ ਹਰ ਲਾਇਆ। ਪਰਮਾਤਮਾ ਨੂੰ ਘਰ ਦੇ ਕੰਮ ਚਲਾਉਂਦਾ। ਘਰ ਦਾ ਕੰਮ ਹੁੰਦਾ ਨਾਮ ਜਪਣਾ। ਜਿਹੜਾ ਗੁਰੂ ਦੀ ਸੇਵਾ ਕਰਦਾ, ਪਰਮਾਤਮਾ ਉਸ ਨੂੰ ਨਾਮ ਜਪਣ 'ਤੇ ਲਾਉਂਦਾ ਕਿ ਭਾਈ ਨਾਮ ਜਪ। ਇਹ ਕਾਰੇ ਲਾ ਦਿੰਦਾ ਉਸ ਨੂੰ, ਕਿਉਂਕਿ ਨਾਮ ਜਪ ਕੇ ਤਾਂ ਫਿਰ ਲਾਭ ਹੀ ਲਾਭ ਹੈ।
ਜਿੰਨਾ ਨਾਮ ਜਪਿਆ ਜਾਏਗਾ, ਨਾਮ ਦੇ ਲਾਭ ਹੀ ਲਾਭ ਨੇ। ਨਾਮ ਜਪਦਾ ਕਹਿੰਦੇ 18 ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇਂ, ਜੋ ਹਰ ਹਿਰਦੇ ਸਦਾ ਵਸਾਏ। ਜੋ ਸਦਾ ਹੀ ਪਰਮਾਤਮਾ ਦੇ ਨਾਮ ਨੂੰ ਹਿਰਦੇ 'ਚ ਵਸਾ ਕੇ ਰੱਖਦਾ, ਉਹਨੂੰ 9 ਨਿਧੀਆਂ ਸੰਸਾਰ ਜੀ ਨੇ, ਸੰਸਾਰ ਦੇ ਸਾਰੇ ਖਜ਼ਾਨਿਆਂ ਨੂੰ 9 ਨਿਧੀਆਂ ਕਿਹਾ ਹੈ। ਧਨ ਦੌਲਤ ਪ੍ਰਾਪਤ ਹੋ ਜਾਂਦਾ ਮਨੁੱਖ ਨੂੰ, 18 ਸਦੀਆਂ ਸਾਰੇ ਕਰਾਮਾਤੀ ਸ਼ਕਤੀਆਂ ਪ੍ਰਾਪਤ ਹੋ ਜਾਂਦੀਆਂ। ਨਾਮ ਦੀ ਇੰਨੀ ਤਾਕਤ ਹੈ, ਉਹ ਰੱਬ ਨੂੰ ਵਸ 'ਚ ਕਰ ਲੈਂਦਾ। ਇਹਦੂ ਉੱਪਰ ਕੀ ਹੋ ਸਕਦਾ? ਨਾਮ ਤੇ ਇੰਨੀ ਤਾਕਤ ਹੈ ਕਿ ਰੱਬ ਨੂੰ ਵਸ 'ਚ ਕਰ ਲੈਂਦਾ ਹੈ। ਨਾਮ ਜਪਣ ਵਾਲੇ ਨੂੰ ਕਿਸੇ ਚੀਜ਼ ਦੀ ਕਮੀ ਹੀ ਨਹੀਂ ਰਹਿੰਦੀ, ਪਰ ਇਹ ਮਨੁੱਖ ਨਾਮ ਨਹੀਂ ਜਪਦਾ, ਭਟਕਦਾ ਰਹਿੰਦਾ। ਭਟਕੀ ਜਾਵੇ, ਹੁਣ ਗੁਰੂ ਮਹਾਰਾਜ ਤੇ ਸਮਝਾਉਣਾ ਹੀ ਹੈ। ਅਸੀਂ ਨਾਮ ਨਹੀਂ ਮੰਨਦੇ, ਨਾ ਮੰਨਵੇ ਫਿਰ। ਇਸ ਲਈ ਜਿੰਨਾ ਸਮਾਂ ਮਿਲੇ ਨਾਮ ਜਪਣਾ ਚਾਹੀਦਾ। ਸਮਾਂ ਵਿਅਰਥ ਨਹੀਂ ਗਵਾਉਣਾ ਚਾਹੀਦਾ। ਪਤਾ ਨਹੀਂ ਕਿਸ ਦਿਨ ਡੈਥ ਹੋ ਜਾਣੀ, ਕਿਆ ਗਰੰਟੀ ਹੈ ਕਿੰਨਾ ਸਮਾਂ ਜਿਉਣਾ, ਕਿੰਨਾ ਨਹੀਂ ਜਿਉਣਾ। ਮਤ ਕੀ ਜਾਣੇ ਸਾਹ ਆਵੇ ਕਿ ਨਾ ਆਵੇ, ਪਤਾ ਨਹੀਂ ਅਗਲਾ ਸਾਹ ਆਉਣਾ ਵੀ ਕਿ ਨਹੀਂ ਆਉਣਾ। ਇਸ ਲਈ ਜਿੰਨਾ ਸਮਾਂ ਮਿਲਿਆ ਸਫਲਾ ਕਰਨਾ, ਕਿਉਂਕਿ ਗੁਰੂ ਦੀ ਕੀਤੀ ਸੇਵਾ ਉਹਦਾ ਫਿਰ ਪਰਮਾਤਮਾ ਨੇ ਫਲ ਤੇ ਦੇਣਾ ਸੀ। ਉਸ ਨੂੰ ਨਾਮ ਜਪਣ ਤੇ ਲਾ ਦਿੱਤਾ। ਲੈ ਵੀ ਸੱਜਣਾ, ਨਾਮ ਜਪ। ਨਾਮ ਜਪ ਨੂੰ ਕੋਈ ਮੰਗਣਾ ਹੀ ਨਹੀਂ ਪੈਂਦਾ, ਆਪੇ ਹੀ ਮਿਲ ਜਾਂਦਾ। ਇਸ ਲਈ ਕਹਿੰਦੇ ਮੇਰੇ ਰਾਮ ਤੋੜ ਬੰਧਨ ਮਾਇਆ, ਘਰ ਕੇ ਕੰਮ ਲਾਏ। ਹੇ ਪਰਮਾਤਮਾ, ਮੇਰੇ ਮਾਇਆ ਦੇ ਬੰਧਨ ਤੋੜ ਦੇ, ਘਰ ਕੇ ਕੰਮ ਲਾਏ। ਮੈਨੂੰ ਨਾਮ ਜਪਣ ਤੇ ਲਾ ਦੇ। ਮਾਇਆ ਦੇ ਬੰਧਨ ਤੋੜ ਦੇ ਤੇ ਮੈਨੂੰ ਨਾਮ ਜਪਣ ਤੇ ਲਾ ਦੇ। ਨਿਤ ਹਰ ਗੁਣ ਗਾਵੇਂ, ਹਰ ਨਾਮ ਸਮਾਏ। ਗਾਵੇਂ ਜੇ ਤਾਂ ਹੁੰਦੀ ਹਾਹੇ ਨੂੰ ਸਿਹਾਰੀ, ਫਿਰ ਹੁੰਦਾ ਗਾਉਂਦੇ ਹਨ। ਫਿਰ ਅਰਥ ਹੋਣਾ ਸੀ ਗਾਉਂਦੇ ਹਨ। ਹਾਹੇ ਨੂੰ ਸਿਹਾਰੀ ਨਹੀਂ ਹੈ, ਗਾਉਂਦੇ ਹਾਂ। ਹੁਣ ਇਹਦਾ ਅਰਥ ਹੈ ਗਾਉਂਦਾ ਹਾਂ ਜਾਂ ਗਾਉਂਦੇ ਹਾਂ। ਗਾਵੇਂ ਉਹ ਦੂਜੇ ਲਈ ਹੁੰਦਾ, ਉਹ ਗਾਉਂਦੇ ਹਨ। ਇਹ ਹਾਹੇ ਨੂੰ ਸਿਹਾਰੀ ਤੋਂ ਬਿਨਾਂ ਗਾਵੇਂ ਅਸੀਂ ਗਾਉਂਦੇ ਹਾਂ, ਤਾਂ ਜੋ ਅਸੀਂ ਗਾ ਸਕੀਏ। ਨਿਤ ਹਰ ਗੁਣ ਗਾਵੇਂ, ਹਰ ਨਾਮ ਸਮਾਏ, ਤਾਂ ਜੋ ਅਸੀਂ ਹਮੇਸ਼ਾ ਤੇਰੇ ਗੁਣ ਗਾਉਂਦੇ ਰਹੀਏ ਅਤੇ ਤੇਰੇ ਨਾਮ ਦੇ ਵਿੱਚ ਹੀ ਸਮਾ ਜਾਈਏ। ਨਾਮ 'ਚ ਲੀਨ ਹੋ ਜਾਣਾ, ਪਰਮਾਤਮਾ 'ਚ ਹੀ ਲੀਨ ਹੁੰਦਾ ਹੈ। ਰਹਾਓ ਨਰ ਪ੍ਰਾਣੀ ਚਾਕਰੀ ਕਰੇ, ਨਰਪਤ ਰਾਜੇ ਅਰਥ ਸਭ ਮਾਇਆ। ਕੈ ਬੰਧੈ ਕੈ ਡਾਨ ਲੇ, ਕੈ ਨਰਪਤ ਮਰ ਜਾਇਆ। ਧਨ ਧਨ ਸੇਵਾ ਸਫਲ ਸਤਿਗੁਰੂ ਕੀ, ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ। ਜਿਹੜਾ ਨਰ ਹੈ, ਵਿਅਕਤੀ ਹੈ, ਪ੍ਰਾਣੀ ਹੈ, ਇਹ ਰਾਜੇ ਦੀ ਚਾਕਰੀ ਕਰਦਾ ਹੈ। ਰਾਜੇ ਦੀ ਨਰਪਤ ਰਾਜੇ ਨੂੰ ਕਹਿੰਦੇ ਨੇ, ਚਾਕਰੀ ਬਣੇ ਨੌਕਰੀ। ਇਹ ਰਾਜੇ ਦੀ ਚਾਕਰੀ ਕਰਦਾ, ਨੌਕਰੀ ਕਰਦਾ। ਕਾਹਦੇ ਲਈ? ਅਰਥ ਸਭ ਮਾਇਆ। ਅਰਥ ਬਣੇ ਖਾਤਰ, ਮਾਇਆ ਦੀ ਖਾਤਰ। ਇਹ ਕਹਿੰਦਾ ਮਾਇਆ ਦੀ ਖਾਤਰ ਰਾਜੇ ਦੀ ਨੌਕਰੀ ਕਰਦਾ। ਕੈ ਬੰਧੈ ਕੈ ਡਾਨ ਲੇ, ਕੈ ਨਰਪਤ ਮਰ ਜਾਇਆ। ਕੈ ਮਨੇ ਜਾਂ, ਜਾਂ ਤੇ ਰਾਜਾ ਇਹਨੂੰ ਬੰਨ ਲੈਂਦਾ ਹੈ, ਕੋਈ ਗਲਤੀ ਕੀਤੀ ਇਹਨੂੰ ਬੰਨ ਲੈਂਦਾ। ਕੈ ਡਾਨ ਲੇ, ਜਾਂ ਇਸ ਤੋਂ ਡਨ ਲੈਂਦਾ ਹੈ ਵੀ ਤੈਨੂੰ ਇੰਨਾ ਜੁਰਮਾਨਾ ਆਤਾ, ਭਰ ਨਾ ਜੁਰਮਾਨਾ। ਕੈ ਨਰਪਤ ਮਰ ਜਾਇਆ, ਜਾਂ ਰਾਜਾ ਮਰ ਵੀ ਸਕਦਾ ਹੈ, ਨੌਕਰੀ ਖਤਮ ਹੋ ਜਾਏਗੀ।
ਨੌਕਰੀ ਖਤਮ ਹੋ ਜਾਏ। ਇਸ ਲਈ ਕਹਿੰਦੇ ਧੰਨ ਧੰਨ ਸੇਵਾ ਸਫਲ ਸਤਿਗੁਰੂ ਕੀ। ਗੁਰੂ ਦੀ ਸੇਵਾ ਸਫਲ ਹੈ। ਜਿਤ ਹਰ ਹਰ ਨਾਮ ਜਪ, ਜਿਹਦੀ ਸੇਵਾ ਕਰਕੇ ਮਨੁੱਖ ਹਰੀ ਦਾ ਨਾਮ ਜਪਦਾ ਹੈ ਤੇ ਫਿਰ ਕੀ ਹੁੰਦਾ? ਜਪ ਹਰ ਸੁਖ ਪਾਏ। ਹਰੀ ਦਾ ਨਾਮ ਜਪ ਕੇ ਉਹਨੂੰ ਸੁਖ ਦੀ ਪ੍ਰਾਪਤੀ ਹੁੰਦੀ। ਕੱਖੇ ਨੇ ਔਂਕੜ ਲਾਇਆ, ਸਦੀਵੀ ਸੁਖ ਦੀ ਪ੍ਰਾਪਤੀ ਹੁੰਦੀ। ਇੱਕ ਸੁਖ ਨਹੀਂ, ਸਦੀਵੀ ਸੁਖ ਦੀ ਪ੍ਰਾਪਤੀ ਹੁੰਦੀ। ਉਹ ਸੁਖ ਜਿਹੜਾ ਸਦਾ ਰਹਿਣ ਵਾਲਾ ਹੈ। ਨਹੀਂ ਤਾਂ ਸੁਖ ਦਾ ਵਿਰੋਧੀ ਸ਼ਬਦ ਦੁੱਖ ਹੈ। ਕਹਿੰਦੇ ਨਾਮ ਜਪ ਕੇ ਸਦੀਵੀ ਸੁਖ ਦੀ ਪ੍ਰਾਪਤੀ ਹੁੰਦੀ ਹੈ। ਇਹ ਕਦੋਂ ਜਪੇਗਾ? ਜਦ ਗੁਰੂ ਦੀ ਸੇਵਾ ਕਰੇਗਾ। ਗੁਰੂ ਦੀ ਸੇਵਾ ਕਰੇਗਾ, ਸੇਵਾ ਸਫਲੀ ਹੋਏਗੀ। ਜਦ ਸਫਲੀ ਹੋਏਗੀ ਫਿਰ ਇਹ ਹਰੀ ਦਾ ਨਾਮ ਜਪੇਗਾ ਅਤੇ ਹਰੀ ਦਾ ਨਾਮ ਜਪ ਕੇ ਸੁਖ ਦੀ ਪ੍ਰਾਪਤੀ ਹੋਏਗੀ। ਨਿਤ ਸੌਦਾ ਸੂਦ ਕੀਚੈ ਬਹੁ ਭਾਂਤ ਕਰ, ਮਾਇਆ ਕਹਿ ਤਾਈ। ਕਹਿੰਦੇ ਕਈ ਪ੍ਰਕਾਰ ਦਾ ਸੌਦਾ ਕਰਦਾ, ਬਹੁ ਭਾਂਤ ਕਰ। ਕਈ ਪ੍ਰਕਾਰ ਦਾ ਇਹ ਸੌਦਾ ਕਰਦਾ। ਸੌਦਾ ਸੂਦ ਕਈ ਵਾਰੀ ਆਪਾਂ ਇਕੱਠੇ ਸ਼ਬਦ ਵੜ ਲੈਣ। ਸੌਦਾ ਕਈ ਵਾਰੀ ਆਪਾਂ ਕਈ ਸ਼ਬਦ ਇਕੱਠੇ ਵਰਤ ਲੈਣ। ਸੌਦਾ ਸੂਦ ਦਾ ਭਾਵ ਹੈ ਸੌਦਾ। ਇਹ ਕਈ ਪ੍ਰਕਾਰ ਦਾ ਸੌਦਾ ਕਰਦਾ। ਕਾਹਦੇ ਲਈ? ਮਾਇਆ ਕਹਿ ਤਾਈ, ਤਾਂ ਜੋ ਮਾਇਆ ਮਿਲੇ। ਤਾਂ ਜੋ ਮਾਇਆ ਮਿਲੇ ਇਸ ਲਈ ਇਹ ਸੌਦੇਬਾਜ਼ੀ ਕਰਦਾ ਰਹਿੰਦਾ। ਜਾਂ ਲਾਹਾ ਦੇ ਤਾਂ ਸੁਖ ਮੰਨੇ। ਜਦੋਂ ਇਸ ਸੌਦੇ 'ਚ ਲਾਹਾ ਹੋ ਜਾਂਦਾ ਹੈ, ਲਾਭ ਮਿਲਦਾ ਹੈ, ਫਿਰ ਸੁਖੀ ਹੁੰਦਾ। ਤੋਟਾ ਮਰ ਜਾਈ, ਜੋ ਘਾਟਾ ਪੈਂਦਾ ਐ ਸਮਝੋ ਬੜਾ ਔਖਾ ਹੁੰਦਾ। ਬਸ ਮਰ ਗਿਆ ਜਿਵੇਂ ਬੰਦਾ, ਫਿਰ ਬੜਾ ਔਖਾ ਹੁੰਦਾ। ਕੁਦਰਤੀ ਗੱਲ। ਜਦੋਂ ਅਸੀਂ ਮਾਇਆ ਦੀ ਖਾਤਰ ਕੋਈ ਕੰਮ ਕਰਾਂਗੇ ਤਾਂ ਜਦੋਂ ਤੇ ਲਾਭ ਹੋ ਗਿਆ ਖੁਸ਼ ਹੋਵਾਂਗੇ, ਜਦੋਂ ਘਾਟਾ ਪੈ ਗਿਆ ਫਿਰ ਦੁਖੀ ਹੋਵਾਂਗੇ। ਇਹ ਤਾਂ ਕੁਦਰਤੀ ਫਿਤਰਤ ਹੈ। ਅਸੀਂ ਬ੍ਰਹਮ ਗਿਆਨੀ ਤਾਂ ਹੈ ਨਹੀਂ ਵੀ ਹਾਂਜੀ ਦੁੱਖ ਆਓ, ਸੁੱਖ ਆਓ, ਖੁਸ਼ੀ ਆਓ, ਗਮੀ ਆਓ, ਘਾਟਾ ਪਾਓ, ਲਾਭ ਹੋ, ਉਸ 'ਤੇ ਕੋਈ ਅਸਰ ਨਹੀਂ, ਇੱਕਸਾਰ ਹੁੰਦਾ। ਆਮ ਲੋਕਾਂ 'ਤੇ ਉਸ ਦਾ ਅਸਰ ਪੈਂਦਾ। ਜੋ ਗੁਣ ਸਾਂਝੀ ਗੁਰ ਸਿਉ ਕਰੇ, ਜਿਹੜਾ ਗੁਰੂ ਦੇ ਨਾਲ ਸਾਂਝ ਪਾਉਂਦਾ ਗੁਣਾਂ ਦੀ, ਜਿਹੜਾ ਗੁਰੂ ਦੇ ਨਾਲ ਗੁਣਾਂ ਦੀ ਸਾਂਝ ਪਾਉਂਦਾ ਨਿਤ ਨਿਤ ਸੁਖ ਪਾਏ, ਉਹਨੂੰ ਹਮੇਸ਼ਾ ਲਈ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਅਸੀਂ ਗੁਰੂ ਦੀ ਸੰਗਤ ਕਰਾਂਗੇ ਸਾਡੇ ਗੁਣ ਪੈਦਾ ਹੋ ਜਾਣਗੇ, ਨਾਲ ਅਸੀਂ ਨਾਮ ਜਪਾਂਗੇ, ਫਿਰ ਆਪੇ ਸੁੱਖ ਹੋ ਜਾਏਗਾ। ਕਿਉਂਕਿ ਔਗੁਣੇ ਆ ਰਹੇ ਤਾਂ ਕਿਸੇ ਵੇਲੇ ਵੀ ਦੁੱਖ ਆ ਸਕਦਾ ਹੈ। ਜਿਹੜਾ ਗੁਣਵਾਨ ਹੈ ਤੇ ਨਾਲ ਨਾਮ ਜਪਦਾ ਉਹ ਤਾਂ ਫਿਰ ਸੁਖੀ ਰਹੇਗਾ। ਜਿਤਨੀ ਭੂਖ ਅਨ ਰਸ ਸਾਧ ਹੈ, ਤਿਤਨੀ ਭੂਖ ਫਿਰ ਲਾਗੇ। ਅਨ ਰਸ ਸਾਧ, ਨਾਮ ਤੋਂ ਬਿਨਾਂ ਜਿੰਨੇ ਹੋਰ ਸਵਾਦ ਨੇ ਇਹਨਾਂ ਦੀ ਜਿਹੜੀ ਭੁੱਖ ਹੈ ਉਸ ਇਹ ਹੋਰ ਸਵਾਦ ਆਉਣ ਨਾਲ ਭੁੱਖ ਘਟਦੀ ਨਹੀਂ। ਨਾਮ ਦਾ ਸਵਾਦ ਆਉਣ ਨਾਲ ਤੇ ਜਿਹੜਾ ਹੈ ਤ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ। ਜਿਹੜੇ ਨਾਮ ਤੋਂ ਬਿਨਾਂ ਹੋਰ ਸਵਾਦਾਂ ਦੀ ਭੁੱਖ ਹੈ ਉਹਦੇ ਨਾਲ ਸਭ ਭੁੱਖ ਵੱਧਦੀ ਹੈ। ਤਿਤਨੀ ਭੁੱਖ ਫਿਰ ਲੱਗ ਓਨੀ ਭੁੱਖ ਹੋਰ ਲੱਗਦੀ ਹੈ। ਜਿੰਨੇ ਇਹ ਜੀਵ ਦੇ ਰਸ, ਇੰਦਰੀਆਂ ਦੇ ਰਸ ਮਾਣਦਾ ਹੈ ਇਹ ਵਧੀ ਜਾਂਦੀ, ਇਹਨਾਂ ਦੀ ਤਮੰਨਾ ਵਧੀ ਜਾਂਦੀ ਹੈ। ਰੱਜ ਨਹੀਂ ਹੁੰਦਾ ਬੰਦੇ ਨੂੰ। ਰੱਜ ਪਰਮਾਤਮਾ ਦੇ ਨਾਮ ਤੋਂ ਬਿਨਾਂ ਆਉਂਦਾ ਹੀ ਨਹੀਂ, ਚਾਹੇ ਕਰੋੜਾਂ ਰੁਪਈਏ ਹੋਣ, ਚਾਹੇ ਕਰੋੜਾਂ ਹੋਣ।
ਦੋ ਚਾਰ ਬੰਦਿਆਂ ਕੋਲ ਹਿੰਦੁਸਤਾਨ ਅਰਬਾਂ ਖਰਬਾਂ ਰੁਪਈਏ ਨੇ, ਕੀ ਉਹ ਰੱਜ ਗਏ ਨੇ? ਜੋ ਰੱਜ ਜਾਂਦੇ ਤੇ ਕਿਸਾਨਾਂ ਨੂੰ ਉੱਥੇ ਬੈਠਣ ਦੀ ਲੋੜ ਹੀ ਨਹੀਂ ਸੀ। ਅਰਬਾਂ ਖਰਬਾਂ ਕੋਲ ਨੇ, ਫਿਰ ਵੀ ਰੱਜ ਨਹੀਂ, ਹੋਰ ਹੋਣ। ਇਹੀ ਹੈ ਵੀ ਸਭ ਕੁਝ ਪ੍ਰਾਈਵੇਟ ਹੋ ਜਾਏ ਬਸ। ਮੈਂ ਇੱਕ ਸਕੂਲ ਟੀਚਰ ਲੱਗਾ ਹਰਿਆਣੇ 'ਚ, ਉਹ ਕਿਸੇ ਸੇਠ ਦੇ ਨਾਮ 'ਤੇ ਸਕੂਲ ਸੀ। ਮੈਂ ਪੁੱਛਿਆ ਵੀ ਇਹ ਸੇਠ ਨੇ ਕੀ ਕੀਤਾ ਸਕੂਲ ਲਈ? ਕਹਿੰਦਾ ਇਹਨੂੰ ਜੀ ਚਾਂਦੀ ਦਾ ਰਾਜਾ ਕਹਿੰਦੇ ਸੀ, ਕਿੰਗ ਆਫ ਸਿਲਵਰ। ਮੈਂ ਕਿਉਂ? ਕਹਿੰਦੇ ਇੱਕ ਵਾਰੀ ਇਹਨੇ ਸਾਰੇ ਹਿੰਦੁਸਤਾਨੀ ਚਾਂਦੀ ਖਰੀਦ ਲਈ ਹਿੰਦੁਸਤਾਨ ਦੀ, ਫਿਰ ਆਪਣੀ ਮਰਜ਼ੀ ਨਾਲ ਮਹਿੰਗੇ ਭਾਅ ਵੇਚੀ ਤੇ ਬਸ ਫਿਰ ਕਰੋੜਾਪਤੀ ਹੋ ਗਿਆ। ਇਹ ਜਿਹੜੇ ਅਮੀਰ ਲੋਕ ਹੁੰਦੇ ਨੇ, ਜੇ ਸਾਨੂੰ ਪਿਪਲੀ ਅੱਡਾ ਲੱਗਦਾ ਸੀ, ਕੋਈ ਸ਼ਾਹਬਾਦ ਤੋਂ ਕਰਨਾਲ ਨੂੰ ਜਾਈਏ, ਉੱਥੋਂ ਪਿਪਲੀ ਤੋਂ ਪਿੰਡ ਨੇੜੇ ਸੀ, ਉੱਥੇ ਇੱਕੋ ਹੀ ਫਲ ਦੀ ਦੁਕਾਨ ਸੀ, ਕੇਲੇ ਅਤੇ ਐਰਾ ਵਗੈਰਾ ਦੀ। ਚਲੋ ਉਹ 2-3 ਸਾਲ ਇਕੱਲੇ ਹੀ ਸੀ ਰੇਹੜੀ ਵਾਲਾ। ਇੱਕ ਹੋਰ ਆ ਗਿਆ, ਉਹਨੇ ਕੀ ਕੀਤਾ, ਜੇ ਉਹ 8 ਆਨੇ ਦਰਜਨ ਦਿੰਦਾ ਸੀ, ਉਹਨੇ 7 ਆਨੇ ਕਰਤਾ। 7 ਆਨੇ ਦਰਜਨ ਲਓ ਜੀ, ਲੋਕਲ ਜਿਹੜੇ ਸਸਤੀ ਦੇ ਉਹਦੇ ਕੋਲ ਲੈਣਾ। ਉਹਨੇ ਉਹਦੇ ਨਾਲੋਂ ਸਸਤੇ ਵੇਚਣੇ ਸ਼ੁਰੂ ਕਰਤੇ। ਜਿਸ ਭਾਅ ਖਰੀਦੇ ਉਸੇ ਭਾਅ ਹੀ ਉਸਨੇ ਵੇਚਣੇ ਸ਼ੁਰੂ ਕਰਤੇ। ਉਹ ਦੂਜੇ ਨੂੰ ਪੈ ਗਿਆ ਘਾਟਾ। 15ਵੇਂ ਦਿਨ ਉਹਨੇ ਦੇਖਿਆ ਬਈ ਨਹੀਂ ਗੱਲ ਬਣਦੀ। ਉਹ ਵਿਚਾਰਾ ਪਹਿਲਾਂ ਸੀ ਆਪਣੀ ਰੇਹੜੀ ਲੈ ਕੇ ਕਿਤੇ ਹੋਰ ਚਲਿਆ ਗਿਆ। ਉਹਨੇ ਦੇਖਿਆ ਜਿਹੜਾ ਦੂਜਾ ਆਇਆ ਸੀ ਵੀ ਮੈਂ ਹੁਣ ਇਕੱਲਾ ਹੀ ਰਹਿ ਗਿਆ, ਉਹਨੇ ਫਿਰ ਉਹੀ ਭਾਅ ਕਰਤਾ। ਹੈਲੋ, ਇਹ ਅਮੀਰ ਲੋਕ ਇਸ ਤਰ੍ਹਾਂ ਕਰਦੇ ਨੇ। ਵਿਚਾਰੇ ਗਰੀਬ ਦੁਕਾਨਦਾਰ ਤੁਹਾਨੂੰ ਚੀਜ਼ ਸਸਤੀ ਦੇਣਗੇ, ਤੁਸੀਂ ਉਹਨਾਂ ਕੋਲ ਜਾਣ ਲੱਗ ਜਾਓਗੇ। ਗਰੀਬ ਆਪਣੀ ਦੁਕਾਨ ਉਸ ਅਮੀਰ ਨੂੰ ਵੇਚ ਦੇਗਾ ਅਤੇ ਉਹਦੇ ਅੱਗੇ ਨੌਕਰ ਲੱਗ ਜਾਏਗਾ। ਜੋ ਦੇਖਿਆ ਵੀ ਤੇ ਖਤਮ ਹੋ ਗਏ, ਉਹ ਆਪਣਾ ਰੇਟ ਵਧਾ ਦਿੰਦਾ। ਇਕਨੋਮਿਕਸ ਦੇ ਵਿੱਚ ਆਹੀ ਸਾਨੂੰ ਗੱਲਾਂ ਪੜ੍ਹਾਉਂਦੇ ਸੀ ਵੀ ਇਹ ਅਮੀਰ ਫਿਰ ਇਸ ਤਰ੍ਹਾਂ ਕਰਦੇ ਨੇ, ਹਰ ਇੱਕ ਚੀਜ਼ 'ਤੇ ਕੰਟਰੋਲ ਕਰ ਲੈਂਦੇ ਨੇ। ਬਸ ਪਹਿਲਾਂ ਸਸਤਾ ਦੇਈ ਜਾਣਗੇ, ਜੋ ਦੇਖਿਆ ਹੁਣ ਸਾਡੇ ਗਾਹਕ ਬਣ ਗਏ, ਦੂਜੇ ਭੱਜ ਪੁੱਜ ਗਏ ਨੇ, ਫਿਰ ਰੇਟ ਵਧਾ ਦੇਣੇ। ਇਸ ਲਈ ਜਿਹੜੀ ਮਾਇਆ ਦੀ ਭੁੱਖ ਹੈ ਨਾ, ਗੁਰੂ ਮਹਾਰਾਜ ਕਹਿੰਦੇ ਇਹ ਨਹੀਂ ਖਤਮ ਹੁੰਦੀ। ਇਹ ਨਾਮ ਦੇ ਸਵਾਦ ਤੋਂ ਬਿਨਾਂ ਹੋਰ ਜਿਤਨੇ ਵੀ ਸਵਾਦਾਂ ਦੀ ਭੁੱਖ ਹੈ, ਇਹ ਵੱਧਦੀ ਹੀ ਜਾਂਦੀ ਹੈ, ਇਹ ਘਟਦੀ ਨਹੀਂ ਹੈ। ਫਿਰ ਹੱਲ ਕੀ ਇਹਦਾ? ਜਿਸ ਹਰ ਆਪ ਕਿਰਪਾ ਕਰੇ, ਸੋ ਵੇਚੇ ਸੁਰਗੁਰ ਆਗੈ। ਜਿਸ 'ਤੇ ਪਰਮਾਤਮਾ ਕਿਰਪਾ ਕਰਦਾ, ਉਹ ਆਪਣਾ ਸਿਰ ਗੁਰੂ ਨੂੰ ਅਰਪਣ ਕਰ ਦਿੰਦਾ ਹੈ, ਸਿਰ ਗੁਰੂ ਨੂੰ ਵੇਚ ਦਿੰਦਾ ਹੈ। ਕੀ ਸਿਰ ਵੱਢ ਕੇ ਵੇਚ ਦਿੰਦਾ? ਭਾਵ ਹੈ ਉਹ ਆਪਣੀ ਮੱਤ ਛੱਡ ਦਿੰਦਾ। ਐਕਚੁਅਲੀ ਜਦੋਂ ਆਪਾਂ ਮੱਥਾ ਟੇਕਦੇ ਹਾਂ, ਸਿਰ ਝੁਕਾਉਂਦੇ ਹਾਂ, ਸਾਡੀ ਮੱਤ ਸਾਡੇ ਸਿਰ ਦੇ ਵਿੱਚ ਹੈ। ਕਿਸੇ ਦੇ ਅੱਗੇ ਸਿਰ ਝੁਕਾਉਣ ਦਾ ਮਤਲਬ ਹੈ ਵੀ ਤੁਹਾਡੀ ਮੱਤ ਮੇਰੇ ਤੋਂ ਉੱਚੀ ਹੈ, ਮੈਂ ਤਾਂ ਤੁਹਾਡੇ ਅੱਗੇ ਸਿਰ ਝੁਕਾਉਣਾ। ਗੁਰੂ ਨੂੰ ਅਸੀਂ ਤਾਂ ਮੱਥਾ ਟੇਕਦੇ ਵੀ ਹੇ ਗੁਰੂ ਮਹਾਰਾਜ, ਤੁਹਾਡੀ ਮੱਤ ਮੇਰੇ ਤੋਂ ਉੱਚੀ ਹੈ, ਮੈਨੂੰ ਸਮੱਤ ਬਖਸ਼ੋ। ਤੇ ਸਿਰ ਗੁਰੂ ਨੂੰ ਵੇਚ ਦੇਣਾ, ਭਾਵ ਆਪਣੀ ਮੱਤ ਹੀ ਛੱਡ ਦੇਣੀ, ਮਨ ਮਤ ਛੱਡ ਦੇਣੀ ਹੈ, ਗੁਰਮਤ ਗ੍ਰਹਿਣ ਕਰ ਲੈਣੀ। ਬਸ ਆਹੀ ਸਿਰ ਵੇਚਣਾ। ਕਿਤੇ ਕਹੋ ਪਤਾ ਨਹੀਂ ਵੱਢ ਕੇ ਵੇਚਣਾ ਦੇਣਾ ਕੋਈ ਹੈ ਨਹੀਂ, ਆਪਣੀ ਮੱਤ ਹੀ ਛੱਡ ਦੇਣੀ ਹੈ, ਗੁਰੂ ਦੀ ਮੱਤ ਗ੍ਰਹਿਣ ਕਰ ਲੈਣੀ ਹੈ। ਇਹ ਹੈ ਗੁਰੂ ਨੂੰ ਸਿਰ ਵੇਚ ਦੇਣਾ। ਫਿਰ ਕੀ ਹੋਏਗਾ? ਜਨ ਨਾਨਕ ਹਰ ਰਸ ਤ੍ਰਿਪਤਿਆ, ਫਿਰ ਇਹ ਨਾਮ ਰਸ ਨਾਲ ਰੱਜ ਜਾਏਗਾ। ਤ੍ਰਿਪਤਿਆ ਮਨ ਰੱਜ ਗਿਆ।
ਫਿਰ ਉਹ ਮਨੁੱਖ ਨਾਮ ਜਪੇਗਾ, ਉਹਨੂੰ ਉਹਦੇ 'ਚ ਰਸ ਆਏਗਾ। ਹੋਰ ਜਿੰਨੇ ਰਸ ਨੇ ਉਹ ਭੁੱਖ ਵਧਾਉਂਦੇ ਨੇ ਮਾਇਆ ਦੀ। ਜਿਹੜਾ ਨਾਮ ਰਸ ਹੈ ਇਹ ਤ੍ਰਿਸ਼ਨਾਵਾਂ ਨੂੰ ਖਤਮ ਕਰਨ ਦਾ, ਮਨ ਰੱਜ ਜਾਂਦਾ, ਫਿਰ ਭੁੱਖ ਨਾ ਲੱਗੇ ਅਤੇ ਫਿਰ ਦੁਬਾਰਾ ਤ੍ਰਿਸ਼ਨਾਵਾਂ ਦੀ ਭੁੱਖ ਨਹੀਂ ਲੱਗਦੀ, ਉਹਦੇ ਤ੍ਰਿਸ਼ਨਾਵਾਂ ਹੀ ਖਤਮ ਹੋ ਜਾਂਦੀਆਂ ਅਤੇ ਉਹ ਸੁਖੀ ਹੋ ਜਾਂਦਾ। ਹੋਰ ਕੀ ਉੱਥੇ ਸਾਡੀਆਂ ਇੱਛਾਵਾਂ ਤ੍ਰਿਸ਼ਨਾਵਾਂ ਹੀ ਸਾਡੇ ਦੁੱਖ ਦਾ ਕਾਰਨ ਹਨ। ਪੁਰਾਣੇ ਜ਼ਮਾਨੇ ਦੇ ਲੋਕਾਂ ਦੀਆਂ ਇੱਛਾਵਾਂ ਬਹੁਤ ਥੋੜ੍ਹੀਆਂ ਹੁੰਦੀਆਂ ਸਨ, ਇਸ ਲਈ ਉਹ ਦੁਖੀ ਘੱਟ ਹੁੰਦੇ ਸਨ। ਸਾਡੀਆਂ ਇੱਛਾਵਾਂ ਹੀ ਬਹੁਤ ਜ਼ਿਆਦਾ ਨੇ, ਇਸ ਲਈ ਅਸੀਂ ਦੁਖੀ ਹੁੰਦੇ ਰਹਿੰਦੇ। ਅੱਜ ਇੱਕ ਬੜਾ ਅਜੀਬ ਮੱਧ ਪ੍ਰਦੇਸ਼ ਤੋਂ ਕਿਸੇ ਨੇ ਟੈਲੀਫੋਨ ਕੀਤਾ, ਬਾਬਾ ਜੀ ਮੇਰੀ ਲੜਕੀ ਨੇ ਆਪਣੇ ਪ੍ਰੇਮੀ ਨਾਲ ਵਿਆਹ ਕਰਾ ਲਿਆ ਅਤੇ ਉਹ ਘਰੋਂ ਭੱਜ ਗਈ ਹੈ। ਘਰੋਂ ਜਿਹੜੇ ਮੈਂ ਜੀ ਹੁਣ ਤਾਂ ਉਹਨੇ ਵਿਆਹ ਕਰਾ ਹੀ ਲਿਆ, ਹੁਣ ਤਾਂ ਕੰਮ ਨਿਬੜਿਆ। ਕਹਿੰਦੇ ਜੇ ਮੈਂ ਆਪਣੀ ਘਰ ਵਾਲੀ ਤੁਹਾਡੇ ਕੋਲ ਭੇਜਦਾ, ਮੈਂ ਕਾਹਦੇ ਲਈ? ਕਿਹਾ ਤੁਸੀਂ ਨਾ ਵਿਆਹ ਕਰਾ ਲਓ। ਮੈਂ ਭੇਜ ਦਿਓ ਜੀ, ਮੈਂ ਛੜਿਆ ਹੀ ਹਾਂ। ਫਿਰ ਟੈਲੀਫੋਨ ਕੱਟਤਾ। ਇਹੋ ਜਿਹੇ ਡੰਗਰ ਵੀ ਨੇ, ਦੱਸੋ। ਵੱਡੀ ਉਮਰ ਦਾ ਸੀ, ਨਾਲੇ ਹਿੰਦੀ 'ਚ ਬੋਲ ਰਿਹਾ ਸੀ, ਮੱਧ ਪ੍ਰਦੇਸ਼ ਦਾ ਸੀ। ਦੱਸ ਕਿਉਂਕਿ ਮੈਂ ਕਿਹਾ ਹਾਂ ਭੇਜ ਦਿਓ ਜੀ, ਮੈਂ ਅੱਜ ਛੜਿਆ ਹੀ ਹਾਂ, ਭੇਜ ਦਿਓ। ਫਿਰ ਕੱਟਤਾ ਵੀ ਤਾਂ ਮੈਂ ਕੀ ਕਰਾਂ? ਤੇਰੀ ਲੜਕੀ ਨੇ ਲਵ ਕੀਤਾ, ਵਿਆਹ ਕਰਾ ਲਿਆ ਹੈ, ਮੈਂ 150 ਜੀ, ਤੇਰੇ ਤਾਂ 15 ਲੱਖ ਬਚ ਗਿਆ ਹੈ। ਵਿਆਹ ਤਾਂ ਉਹਨੇ ਫਿਰ ਵੀ ਕਰਾ ਲੈਣਾ ਸੀ। ਅੱਜ ਕੱਲ੍ਹ ਜਿਹੜੇ ਸਿਆਣੇ ਮਾਂ ਪਿਓ ਨੇ ਨਾ, ਪਹਿਲੇ ਹੀ ਮੁੰਡੇ ਕੁੜੀ ਨੂੰ ਪੁੱਛ ਲੈਂਦੇ ਨੇ ਕਿ ਬੋਲ ਭਾਈ ਤੂੰ ਜਿਹਦਾ ਲੱਭ ਲਿਆ ਕੋਈ, ਫਿਰ ਤਾਂ ਅਸੀਂ ਉਹਦੇ ਨਾਲ ਕਰ ਦਈਏ, ਨਹੀਂ ਲੱਭਿਆ ਤਾਂ ਅਸੀਂ ਲੱਭੀਏ, ਐਵੇਂ ਕੰਨ ਮੱਥਾ ਜਿਹਾ ਮਾਰੀ ਜਾਈਏ। ਪੁਰਾਣੇ ਜ਼ਮਾਨੇ ਗਏ, ਉਹ ਗਏ ਜ਼ਮਾਨੇ। ਮੇਰੇ ਕੋਲ 90% ਲੜਕੇ ਲੜਕੀਆਂ ਆਪ ਹੀ ਆਉਂਦੇ ਨੇ, ਮਾਂ ਪਿਓ ਤਾਂ ਆਉਂਦੇ ਹੀ ਨਹੀਂ। ਇਹ ਨਹੀਂ ਆਉਂਦੇ ਮੇਰਾ ਵਿਆਹ ਹੋ ਜੇ, ਮੁੰਡਾ ਆਉਂਦਾ ਫਲਾਣੀ ਕੁੜੀ ਨਾਲ ਮੇਰਾ ਵਿਆਹ ਹੋ ਜੇ, ਕੁੜੀ ਆਉਂਦੀ ਫਲਾਣੇ ਮੁੰਡੇ ਨਾਲ ਮੇਰਾ ਵਿਆਹ ਹੋ ਜੇ। ਬਸ ਲੱਭੇ ਤਾਂ ਪਹਿਲਾਂ ਹੀ ਨੇ। ਤੁਸੀਂ ਉੱਥੇ ਕੀ ਕਰੋਗੇ? ਅਤੇ ਉੱਥੇ ਬਾਬਾ ਕੀ ਕਰੇਗਾ? ਅਜੇ ਲਾਭ ਕਰਦੀ ਹੋਵੇ ਅਤੇ ਵੀ ਇਹਦਾ ਖਿਆਲ ਉਹਦੇ ਵੱਲੋਂ ਮੁੜ ਜਾਵੇ, ਉਹ ਤਾਂ ਅਸੀਂ ਪਾੜ ਦੇ ਸਕਦੇ ਹਾਂ ਵੀ ਇਹਦੇ ਵਿਚਾਰ ਬਦਲ ਜਾਣ। ਹੁਣ ਹੋ ਹੀ ਗਿਆ, ਹੁਣ ਕੀ ਹੈ ਵੀ ਬਾਬਾ ਹੁਣ ਵਿਆਹ ਤੜਵਾ ਦੇ ਉਹਨਾਂ ਦਾ। ਅਸੀਂ ਵਿਆਹ ਕਰਾਉਣਾ ਕਿ ਤੜਵਾਉਣਾ? ਅਸੀਂ ਵਿਆਹ ਤੜਵਾਉਣ ਲਈ ਤਾਂ ਨਹੀਂ ਬੈਠੇ, ਅਤੇ ਜੋੜਨ ਅਤੇ ਕਰਵਾਉਣ ਲਈ ਬੈਠੇ। ਸੋ ਵਾਹ, ਪਹਿਲੀ ਵਾਰੀ ਇਹੋ ਜਿਹਾ ਇੱਕ ਬੰਦਾ 15 ਸਾਲਾਂ ਟੱਕਰਿਆ। ਹੋਰ ਗੁਰੂ ਮਹਾਰਾਜ ਕਹਿੰਦੇ, ਗੌੜੀ ਬੈਰਾਗਣ ਮਹਿਲਾ ਚੌਥਾ, ਹਮਰੇ ਮਨ ਚਿਤ ਹਰ ਆਸ ਨਿਤ, ਕਿਉਂ ਦੇਖਾਂ ਹਰ ਦਸ ਤੁਮਾਰਾ। ਹੇ ਪਰਮਾਤਮਾ, ਮੇਰੇ ਮਨ 'ਚ, ਮੇਰੇ ਚਿੱਤ 'ਚ ਤੇਰੇ ਦਰਸ਼ਨ ਕਰਨ ਦੀ ਆਸ ਹੈ, ਇੱਛਾ ਹੈ। ਫਿਰ ਮੈਂ ਤੁਹਾਡਾ ਦਰਸ਼ਨ ਕਿਵੇਂ ਕਰਾਂ? ਹੈ ਵੀ ਹੈ, ਕੋਈ ਇੱਛਾ ਪੈਦਾ ਹੋ ਜੇ, ਫਿਰ ਆਪਾਂ ਇੱਕ ਦੂਜੇ ਪੁੱਛਦੇ ਵੀ ਪੂਰੀ ਕਿਵੇਂ ਹੋਏਗੀ ਜੀ, ਕਿਵੇਂ ਦਰਸ਼ਨ ਕਰਾਂ? ਜਿਨ ਪ੍ਰੀਤ ਲਾਈ ਸੋ ਜਾਣਤਾ, ਹਮਰੇ ਮਨ ਚਿੱਤ ਹਰ ਬਹੁਤ ਪਿਆਰਾ। ਜਿਸ ਨੇ ਵੀ ਪਰਮਾਤਮਾ ਨਾਲ ਪਿਆਰ ਪਾਇਆ ਹੈ, ਉਹੀ ਇਸ ਪਿਆਰ ਨੂੰ ਜਾਣਦਾ ਹੈ। ਸਾਡੇ ਮਨ ਨੂੰ ਪਰਮਾਤਮਾ, ਚਿੱਤ ਨੂੰ ਪਰਮਾਤਮਾ ਬਹੁਤ ਪਿਆਰਾ ਲੱਗਦਾ ਹੈ। ਅੰਦਰ ਤਮੰਨਾ ਹੋ ਗਈ ਹੈ, ਰੱਬ ਪਿਆਰਾ ਲੱਗਦਾ ਹੈ, ਪਿਆਰੇ ਨੂੰ ਮਿਲਣ ਨੂੰ ਜੀਅ ਕਰਦਾ ਹੈ, ਕੁਦਰਤੀ ਗੱਲ ਹੈ। ਹੁਣ ਅੱਗੇ ਉਤਰ ਦਿੰਦੇ ਹਾਂ, ਕੁਰਬਾਨੀ ਗੁਰ ਆਪਣੇ, ਜਿਨ ਵਿਛੜਿਆ ਮੇਲਿਆ ਮੇਰਾ ਸਿਰਜਣਹਾਰਾ। ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਜਿਸ ਨੇ ਮੈਨੂੰ ਰੱਬ ਤੋਂ ਵਿਛੜੇ ਹੋਏ ਨੂੰ ਰੱਬ ਦੇ ਨਾਲ ਮਿਲਾ ਦਿੱਤਾ ਹੈ। ਵਿਛੜੇ ਅਸੀਂ ਹਾਂ, ਰੱਬ ਨਹੀਂ ਸਾਡੇ ਤੋਂ ਵਿਛੜਿਆ, ਅਸੀਂ ਰੱਬ ਤੋਂ ਵਿਛੜੇ ਹਾਂ।
ਤੇ ਗੁਰੂ ਫਿਰ ਮਿਲਾਉਣ ਵਾਲੇ ਨੇ। ਵਿਛੜਿਆ ਮੇਲੇ ਪ੍ਰਭੂ, ਗੁਰੂ ਵਿਛੋੜਨ ਬੇਲਦਾ। ਹੂੰ ਕੁਰਬਾਨੀ ਗੁਰ ਆਪਣੇ, ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹੂੰ। ਜਿਨ ਵਿਛੜਿਆ ਮੇਲਿਆ ਮੇਰਾ ਸਿਰਜਣਹਾਰ, ਜਿਸ ਨੇ ਵਿਛੜੇ ਹੋਏ ਪਰਮਾਤਮਾ ਨੂੰ ਮੇਰੇ ਨਾਲ ਮਿਲਾ ਦਿੱਤਾ ਹੈ। ਸੋ ਸਾਧਨ ਕੀ ਹੈ? ਗੁਰੂ। ਇੱਛਾ ਪੈਦਾ ਹੋ ਗਈ ਹੈ ਪਰਮਾਤਮਾ ਨੂੰ ਮਿਲਣ ਦੀ, ਅਤੇ ਮਿਲਾਪ ਕੌਣ ਕਰਾਏਗਾ? ਗੁਰੂ ਮਹਾਰਾਜ ਕਰਾਉਣਗੇ। ਤਾਂ ਕਹਿੰਦੇ ਏਕ ਓਂਕਾਰ ਸਤਿਗੁਰ ਪ੍ਰਸਾਦ, ਉਹਦੀ ਕਿਰਪਾ ਨਾਲ ਮਿਲਣਾ। ਮੇਰੇ ਰਾਮ ਹਮ ਪਾਪੀ ਸ਼ਰਨ ਪਰੇ ਹਰ ਦੁਆਰ, ਹੈ ਮੇਰੇ ਪਰਮਾਤਮਾ ਅਸੀਂ ਪਾਪੀ ਹਾਂ, ਅਸੀਂ ਤੁਹਾਡੇ ਦਰ 'ਤੇ ਆਏ ਹਾਂ, ਤੁਹਾਡੀ ਸ਼ਰਨ 'ਚ ਆਏ ਹਾਂ। ਸ਼ਰਨ ਕਿਉਂ ਸ਼ਰਨ 'ਚ ਆਏ? ਮਤ ਸ਼ਾਇਦ ਵੀ ਸ਼ਾਇਦ ਮਤ ਨਿਰਗੁਣ ਹਮ ਮੈਲੇ ਕਬ, ਮਤ ਨਿਰਗੁਣ ਹਮ ਮੇਲੇ ਕਬਹੂ ਆਪਣੀ ਕਿਰਪਾ ਧਾਰ। ਵੀ ਸ਼ਾਇਦ ਸਾਨੂੰ ਨਿਰਗੁਣਿਆਰਿਆਂ ਨੂੰ ਪਰਮਾਤਮਾ ਕਿਰਪਾ ਕਰਕੇ ਆਪਣੇ ਨਾਲ ਮਿਲਾ ਲਵੇ। ਮਿਲਾ ਕਹਿੰਦੇ ਕਿ ਮੈਂ ਤਾਂ ਉਹਦੇ ਦਰ 'ਤੇ ਸ਼ਰਨ 'ਚ ਆਇਆ। ਹੈ ਤਾਂ ਅਸੀਂ ਨਿਰਗੁਣ, ਪਰ ਜੋ ਕਿਰਪਾ ਕਰੇ ਤਾਂ ਕਿਤੇ ਆਪਣੇ ਨਾਲ ਮਿਲਾ ਸਕਦਾ। रहो हमरे अवगन बहुत बहुत हैं, वह बार बार हर गणत ना आवे। साढ़े अवगुण बहुत ने, बहुत ने, वार वार असी अवगुण करते हैं, गणत ना गिणती ही नहीं हो सकती कि साढ़े अवगुणों की, क्योंकि असी वारी वारी अवगुण करते ही रहते। कई बार ਕੰਨਾਂ ਨੂੰ ਹੱਥ ਲੱਗ ਗਏ तो इस तरह नहीं करांगे, फिर वो संस्कार बने, फिर उस तरह बंदा करता। ये दिक्कत। साढ़ा टीचर से वो सौं पा लिया करता सी, मैं 2 महीने शराब नहीं पीवांगा। है हिंदू से पर गुरुद्वारे जाके सौं चक आउंदा सी। 2 महीने नहीं सी पींदा, फिर आंदा सी पीण। कई बार 6 महीने की सौं पा आंदा सी जाके, 6 महीने नहीं सी पींदा, फिर लांदा पीन। मैं भरावा जे तू 6 महीने छड़ सकदे तो फिर पक्के तौर पर छड़ दे। एक दिन का आप 2-4 दिन भी नहीं छड़ सकते। मैं तेन 2-3 साल तो वेख रहा, कदे तू 2 महीने की सौं पा के आना, कदे 6 महीने की सौं पा के आना। और ये भी मैनू पता तू 6 महीने नहीं पींदा, तेरू पक्के तौर पर छड़ ही दे। ਇਹਦਾ ਮਤਲਬ ਬਿਨਾਂ ਪੀਤੇ ਸਰਦਾ, ਅਤੇ ਜਦੋਂ ਬਿਨਾਂ ਪੀਤੇ ਸਰਦਾ ਤੂੰ ਬਿਮਾਰ ਨਹੀਂ ਹੋਇਆ, ਤੈਨੂੰ ਕੋਈ ਹੋਰ ਕੁਛ ਨਹੀਂ ਹੋਇਆ ਛੱਡਣ 'ਤੇ, ਫਿਰ ਪੱਕੇ ਤੌਰ 'ਤੇ ਛੱਡ ਦੇ। ਇਸ ਲਈ ਮਨੁੱਖ ਜਿਹੜਾ ਹੈ ਵਾਰੀ ਵਾਰੀ ਔਗਣ ਕਰਦਾ, ਫਿਰ ਲੈਂਦੇ ਪੀਣ। ਅਖੀਰ 'ਤੇ ਨਤੀਜਾ ਕੀ ਨਿਕਲਿਆ? ਦੋਨਾਂ ਮੀਆਂ ਬੀਬੀ ਨੂੰ ਕੈਂਸਰ ਹੋ ਗਿਆ। ਘਰ ਵਾਲੇ ਵੀ ਟੀਚਰ ਲੱਗੇ ਸੀ, ਆਪ ਵੀ ਟੀਚਰ ਲੱਗਾ ਸੀ। ਉਹਦੇ ਮੁੰਡੇ ਨੇ ਪਲੱਸ ਕਰ ਲਈ, +2। मैं कहा तू अगे पढ़ ले? क्या ना जी मैं नहीं, तू पढ़ाई चंगे अगे पढ़। कहते मेरे माँ बाप दोनों नू कैंसर है, 1 साल एक ने मर जाना, मैनू उहदी थां ते नौकरी मिल जानी, मैनू पढ़न की लोड़ ही नहीं। और तुसीं हैरान हो गए, वो 1 साल दे बाप मर गया तो ਉਹਨੂੰ ਆਪਣੇ ਬਾਪ ਦੇ ਸਾਡੇ ਸਕੂਲ 'ਚ ਕਲਰਕ ਲੱਗ ਗਿਆ। ਉਹ ਸਾਡੇ ਸਕੂਲ 'ਚ ਪੜ੍ਹਿਆ ਸੀ, ਉੱਥੇ ਹੀ ਕਲਰਕ ਲੱਗ ਗਿਆ। ਉਹ ਦੱਸ ਕਹਿੰਦੇ ਪੜ੍ਹ ਕੇ ਕਰਨੀ। ਮੇਰੇ ਮਾਂ ਬਾਪ ਦੋਨਾਂ ਨੂੰ ਕੈਂਸਰ ਹੈ, ਸਾਲ 'ਚ ਇੱਕ ਨੇ ਤਾਂ ਮਾਰੀ ਜਾਣਾ, ਉਹਦੀ ਥਾਂ 'ਤੇ ਲੱਗ ਜਾਵੇ। ਕੋਈ ਨਹੀਂ ਵੀ ਅਫਸੋਸ ਨਹੀਂ ਕੋਈ ਵੀ ਮੇਰਾ ਬਾਪ ਜਾਂ ਮਾਂ ਮਰੇਗਾ ਨਾ। ਜਿਵੇਂ ਇੱਕ ਦਾ ਬਾਪ ਜਿਵੇਂ ਅੱਜ ਰਿਟਾਇਰ ਹੋਵੇ, ਅਗਲੇ ਦਿਨ ਉਹ ਮਰ ਗਿਆ, ਪੁੱਤ ਰੋਂਦਾ, ਉਹ ਬਾਪੂ ਜੇ ਤੂੰ 2 ਦਿਨ ਪਹਿਲਾਂ ਮਰ ਜਾਂਦਾ ਮੈਨੂੰ ਨੌਕਰੀ ਤਾਂ ਮਿਲ ਜਾਂਦੀ, ਫਿਰ ਤੂੰ ਰਿਟਾਇਰ ਹੋ ਕੇ ਮਰਿਆ, ਹੁਣ ਨਹੀਂ ਮੈਨੂੰ ਮਿਲਦੀ। ਕਹਿੰਦਾ ਬਾਪੂ ਜੇ ਤੂੰ 2 ਦਿਨ ਪਹਿਲਾਂ ਮਰ ਜਾਂਦਾ ਮੈਨੂੰ ਨੌਕਰੀ ਤਾਂ ਮਿਲ ਜਾਂਦੀ।
ਬਾਪੂ ਦੇ ਮਰਨ ਦਾ ਕੋਈ ਅਫਸੋਸ ਨਹੀਂ। ਅਫਸੋਸ ਇਹ ਹੈ ਕਿ ਨੌਕਰੀ ਰਹਿ ਗਈ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨਾ ਕੁ ਮੋਹ ਪਿਆਰ ਹੈ। ਅੰਦਾਜ਼ਾ ਲਾ ਲਿਓ। ਕਿਤੇ ਉਮੀਦਾਂ ਰੱਖੋ ਬੱਚਿਆਂ ਦੇ ਬਹੁਤੀਆਂ ਹਨ। ਸੋ ਤਾਂ ਕਹਿੰਦੇ ਹਮਰੇ ਅਵਗਣ ਬਹੁਤ ਬਹੁਤ ਹੈ। ਸਾਡੇ ਬਹੁਤ ਅਵਗਣ ਨੇ। ਬਹੁਤ ਵਾਰ ਅਸੀਂ ਵਾਰ ਅਵਗਣ ਕਰਦੇ ਹਾਂ। ਹਰ ਗਣਤ ਨਾ ਹੈ ਪਰਮਾਤਮਾ। ਇਹ ਸਾਡੇ ਅਵਗਣਾਂ ਦੀ ਗਿਣਤੀ ਹੀ ਨਹੀਂ ਹੋ ਸਕਦੀ। ਤੂੰ ਗੁਣਵੰਤਾ ਹਰ ਦਿਆਲ। ਹਰ ਆਪੇ ਬਖਸ਼ ਲੈ ਹਰ ਭਾਵੈ। हे परमात्मा तू गुणवंता, तू गुणवान है। दयाल, तू दयालु है। तू आप ही जीवन बख्श के, क्योंकि असी अवगुण यार, तू आप ही बख्श के अपने नाल मिला ले सानू। असीं अवगुण आ रहे हैं। तू गुणवंता है, क्योंकि परमात्मा बख्शनहार है। ਜਿਹੜਾ ਬੰਦਾ ਦਿਆਲੂ ਹੁੰਦਾ ਉਹ ਬਖਸ਼ਿੰਦ ਵੀ ਹੁੰਦਾ। ਜਿਹਨੂੰ ਦਇਆ ਹੀ ਨਹੀਂ ਆਉਂਦੀ ਉਹ ਬਖਸ਼ਿੰਦ ਵੀ ਨਹੀਂ ਹੁੰਦਾ। ਤੂੰ ਗੁਣਵੰਤਾ ਹਰ ਦਿਆਲ ਹੈ। ਪਰਮਾ ਤੂੰ ਗੁਣਵੰਤਾ ਹੈ, ਗੁਣਵਾਨ ਹੈ, ਤੂੰ ਦਿਆਲੂ ਹੈ। ਆਪੇ ਬਖਸ਼ ਲੈ ਹਰ ਭਾਵੈ। ਹੈ ਪਰਮਾਤਮਾ ਜੇ ਤੈਨੂੰ ਚੰਗਾ ਲੱਗੇ ਤੂੰ ਆਪੇ ਹੀ ਜੀਵ ਨੂੰ ਬਖਸ਼ ਦੇ, ਤੁਹਾਨੂੰ ਬਖਸ਼ ਦੇ। ਹਮ ਅਪਰਾਧੀ ਰਾਖੇ ਗੁਰ ਸੰਗਤੀ, ਉਪਦੇਸ਼ ਦਿਓ ਹਰ ਨਾਮ ਛਡਾਵੇ। ਪਰਮਾਤਮਾ ਨੇ ਫਿਰ ਕੀ ਢੰਗ ਵਰਤਾਇਆ? ਸਾਨੂੰ ਅਪਰਾਧੀਆਂ ਨੂੰ ਪਰਮਾਤਮਾ ਨੇ ਗੁਰੂ ਦੀ ਸੰਗਤ 'ਚ ਭੇਜਦਾ ਵੀ ਜਾਓ ਗੁਰੂ ਦੀ ਸੰਗਤ ਕਰੋ। ਹਮ ਅਪਰਾਧੀ ਰਾਖੇ ਗੁਰ ਸੰਗਤੀ, ਸਾਨੂੰ ਅਪਰਾਧੀਆਂ ਨੂੰ ਪਰਮਾਤਮਾ ਨੇ ਗੁਰੂ ਦੀ ਸੰਗਤ ਦੇ ਵਿੱਚ ਰੱਖਿਆ। ਫਿਰ ਗੁਰੂ ਨੇ ਕੀ ਕੀਤਾ? ਉਪਦੇਸ਼ ਦਿਓ। ਉਹਨੇ ਸਾਨੂੰ ਉਪਦੇਸ਼ ਦਿੱਤਾ ਤੁਸੀਂ ਨਾਮ ਜਪੋ। ਹਰ ਨਾਮ ਛਡਾਵੇ। ਇਹ ਪਰਮਾਤਮਾ ਦਾ ਨਾਮ ਹੀ ਤੁਹਾਨੂੰ ਛਡਾਏਗਾ ਬੁਰਾਈਆਂ ਤੋਂ। ਪਰਮਾਤਮਾ ਦਾ ਨਾਮ ਹੀ ਤੁਹਾਨੂੰ ਜਮਾਂ ਤੋਂ ਛਡਾਏਗਾ। ਪਰਮਾਤਮਾ ਦਾ ਨਾਮ ਹੀ ਤੁਹਾਨੂੰ ਬੁਰਾਈਆਂ ਤੋਂ ਛਡਾਏਗਾ। ਸਾਧਨ ਸਤ ਸੰਗਤ ਤੇ ਨਾਮ ਹੈ। ਸਾਧਨ ਕੀ ਹੈ? ਸਤ ਸੰਗਤ ਕਰੋ ਤੇ ਨਾਮ ਜਪੋ। ਬਸ ਸਤ ਸੰਗਤ ਜਾ ਕੇ ਬੰਦਾ ਸੁਧਰਦਾ ਜਾਂਦਾ ਹੈ, ਉਹਨੂੰ ਗਿਆਨ ਹੁੰਦਾ ਜਾਂਦਾ ਹੈ। ਆ ਬਾਣੀ ਦੀ ਕਥਾ ਵਾਰਤਾ ਇਹ ਗਿਆਨ ਹੀ ਕਰਾਉਣਾ ਕਿ ਅਸੀਂ ਜੀਵਨ ਇਸ ਤਰ੍ਹਾਂ ਜਿਉਣਾ ਹੈ। ਗੁਰੂ ਮਹਾਰਾਜ ਸਾਡੇ ਤੋਂ ਕਿਹੋ ਜਿਹੇ ਜੀਵਨ ਦੀ ਆਸ ਰੱਖਦੇ ਨੇ। ਅਸੀਂ ਕਿਵੇਂ ਜੀਵਨ 'ਚ ਸੁਖੀ ਹੋ ਸਕਦੇ ਹਾਂ, ਅਸੀਂ ਕਿਵੇਂ ਅਮੀਰ ਹੋ ਸਕਦੇ ਹਾਂ। ਤੇ ਗੁਰੂ ਮਹਾਰਾਜ ਕੇ ਨਾਮ ਜਪੀ ਜਾ। ਬਸ ਇਸ ਨਾਮ 'ਚ ਸਭ ਕੁਛ ਹੈ। ਨਾਮ ਜਪੀ ਜਾ, ਇਸ ਦੇ ਵਿੱਚ ਸਭ ਕੁਛ ਹੈ। ਇਹ 'ਚ 9 ਨਿਧੀਆਂ ਨੇ, ਇਹ 'ਚ 18 ਸਿੱਧੀਆਂ ਨੇ। ਬਾਕੀ ਤਾਂ ਕੁਛ ਰਹਿ ਹੀ ਨਹੀਂ ਗਿਆ। ਬਾਕੀ ਤਾਂ ਕੁਛ ਵੀ ਨਹੀਂ ਰਹਿ ਗਿਆ। ਸੋ ਇਸ ਲਈ ਨਾਮ ਜਪੀ ਜਾਣਾ। ਅੱਜ ਇੱਕ ਬੱਚੇ ਨੇ ਕਿਹਾ ਮੈਨੂੰ, ਬਾਬਾ ਤੁਹਾਡੀ ਇੱਕ ਗੱਲ ਬੜੀ ਚੰਗੀ ਲੱਗੀ। ਮੈਂ ਕਿਹੜੀ? ਕਹਿ ਤੁਸੀਂ ਕਿਹਾ ਵੀ ਇੱਕ ਵਾਰੀ ਗੁਰੂ ਨਾਨਕ ਦੇਵ ਜੀ ਬੈਠੇ ਅਤੇ ਕਿਸੇ ਨੇ ਸੰਗਤ 'ਚ ਪੁੱਛ ਲਿਆ ਵੀ ਮਹਾਰਾਜ ਜੀ ਪਰਮਾਤਮਾ ਤੋਂ ਵੱਡਾ ਕੋਈ ਹੈ? ਅਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਹੈ। ਅਤੇ ਸੰਗਤ ਬੜੀ ਹੈਰਾਨ ਹੋਈ ਵੀ ਪਰਮਾਤਮਾ ਤੋਂ ਵੀ ਕੋਈ ਵੱਡਾ ਹੋ ਸਕਦਾ? ਉਹ ਕਹੇ ਮਹਾਰਾਜ ਜੀ ਪਰਮਾਤਮਾ ਤੋਂ ਵੱਡਾ ਕੌਣ ਹੈ? ਕਹਿੰਦੇ ਪਰਮਾਤਮਾ ਦਾ ਨਾਮ ਪਰਮਾਤਮਾ ਤੋਂ ਵੱਡਾ। ਨਾਮ ਜਪ ਜਪ ਕੇ ਤੁਸੀਂ ਪਰਮਾਤਮਾ ਨੂੰ ਵਸ 'ਚ ਕਰ ਸਕਦੇ ਹੋ। ਪਰਮਾਤਮਾ ਨੂੰ ਵਸ 'ਚ ਕਰਨ ਲਈ ਉਹਦਾ ਨਾਮ ਜਪਣਾ ਪੈਣਾ। ਜਦ ਤੁਸੀਂ ਪਰਮਾਤਮਾ ਨੂੰ ਵਸ 'ਚ ਕਰ ਲੋਗੇ ਨਾ, ਵਸ ਆਇਆ ਫਿਰ ਛੋੜ ਨਾ ਜਾਈ। ਇਹ ਰੀਤ ਭਲੀ ਭਗਵੰਤ। ਪਰਮਾਤਮਾ ਦੀ ਰੀਤੀ ਹੈ ਕਿ ਜਿਹੜਾ ਉਹਨੇ ਇੱਕ ਵਾਰੀ ਵਸ 'ਚ ਕਰ ਲੈਣਾ ਉਹਨੂੰ ਛੱਡ ਕੇ ਨਹੀਂ ਜਾਂਦਾ। ਛੱਡ ਕੇ ਨਹੀਂ ਜਾਂਦਾ। ਅਤੇ ਵਸ 'ਚ ਕਿਵੇਂ ਆਵੇਗਾ? ਨਾਮ ਜਪ ਜਪ ਕੇ। ਅਤੇ ਪਰਮਾਤਮਾ ਹੈਗਾ ਦਾਤਾ, ਹਰ ਇੱਕ ਚੀਜ਼ ਦਾ ਦਾਤਾ। ਉਹ ਗੁਣਾਂ ਦਾ ਵੀ ਦਾਤਾ ਹੈ, ਉਹ ਸੁੱਖਾਂ ਦਾ ਵੀ ਦਾਤਾ ਹੈ,
ਉਹ ਮਾਇਆ ਦਾ ਵੀ ਦਾਤਾ ਹੈ, ਉਹ ਹਰ ਇੱਕ ਚੀਜ਼ ਦਾ ਦਾਤਾ ਹੈ। ਦੱਦਾ ਦਾਤਾ ਏਕ ਹੈ, ਇੱਕੋ ਹੀ ਦਾਤਾ ਹੈ ਸੰਸਾਰ 'ਚ, ਇੱਕੋ ਹੀ ਦਾਤਾ ਹੈ। ਤੇ ਜੇ ਤੁਸੀਂ ਦਾਤੇ ਨੂੰ ਹੀ ਵਸ 'ਚ ਕਰ ਲਿਆ ਤੇ ਦਾਤਾ ਤੇ ਆਪੇ ਆ ਗਈ, ਗੱਲ ਖਤਮ ਹੋ ਗਈ। ਜਦੋਂ ਦਾਤੇ ਨੂੰ ਵਸ 'ਚ ਕਰ ਲਿਆ ਤੁਸੀਂ ਤੇ ਦਾਤਾ ਤੇ ਆਪਣੇ ਆਪ ਹੀ ਆ ਗਏ, ਨਿਬੜਿਆ ਕੰਮ। ਬਜਾਏ ਇੱਕ ਇੱਕ ਦੋ ਦੋ ਦਾਤਾ ਮੰਗਦਿਆਂ ਸਾਰੀ ਉਮਰ ਲੰਘਾ ਦਿਓ, ਰੱਬ ਨੂੰ ਹੀ ਮੰਗ ਲਓ। ਨਾਮ ਹੀ ਉਹ ਇਸ ਲਈ ਜਪੋ ਕਿ ਤੂੰ ਮੈਨੂੰ ਮਿਲ, ਬਸ ਨਿਬੜਿਆ ਕੰਮ। ਨਾਲੇ ਜੰਮਣ ਮਰਨ ਦਾ ਚੱਕਰ ਖਤਮ। ਰੱਬ ਮਿਲ ਗਿਆ, ਤੁਸੀਂ ਬ੍ਰਹਮ ਗਿਆਨੀ ਹੋ ਜਾਓਗੇ। ਜੋ ਤੁਸੀਂ ਨਾਮ ਜਪੋਗੇ, ਪਰਮਾਤਮਾ ਤੁਸੀਂ ਮੇਰੀ ਵਡਿਆਈ ਕਰੋ, ਮੈਂ ਤੁਹਾਡੀ ਕਰਾ ਦਾਂਗਾ। ਤੁਹਾਡੀ ਵਡਿਆਈ ਦਿਨੋਂ ਦਿਨ ਸਮਾਜ 'ਚ ਹੁੰਦੀ ਤੁਰੀ ਜਾਏਗੀ। ਇੱਥੇ ਵੀ ਵਡਿਆਈ ਤੇ ਪਰਮਾਤਮਾ ਦਰ 'ਤੇ ਵੀ ਵਡਿਆਈ। ਇਹ ਘਾਟੇ ਦਾ ਸੌਦਾ ਨਹੀਂ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਨਾਮ ਜਪਣ ਦਾ ਲਾਭ ਹੀ ਲਾਭ ਹੈ। ਬਾਕੀ ਕਿਸੇ ਕੰਮ 'ਚ ਸਾਨੂੰ ਡਾਊਟ ਹੋ ਸਕਦਾ, ਕਿਤੇ ਘਾਟਾ ਨਾ ਪੈ ਜੇ। ਇਹ ਤਾਂ ਸਿੱਧੇ ਥਾਂ ਥਾਂ 'ਤੇ ਬਾਣੀ 'ਚ ਲਿਖਿਆ ਹੋਇਆ ਵੀ ਨਾਮ ਜਪਣ ਦੇ ਤਾਂ ਲਾਭ ਹੀ ਲਾਭ ਨੇ, ਇੱਕ ਦੋ ਨਹੀਂ, ਸੈਂਕੜੇ ਲਾਭ ਨੇ। ਜਿਵੇਂ ਕਹਿੰਦੇ ਇੱਕ ਰੁੱਖ 100 ਸੁੱਖ। ਤੁਸੀਂ ਦਰਖਤ ਬੀਜਿਆ ਅੰਬ ਦਾ, ਕਾਹਦੇ ਲਈ? ਅੰਬ ਖਾਣ ਲਈ, ਇਸ ਲਈ ਬੀਜਿਆ ਨਾ। ਪਰ ਜਿਹੜੇ ਹੋਰ ਦਰਖਤ ਦੇ ਫਾਇਦੇ ਨੇ, ਆਕਸੀਜਨ ਮਿਲਦੀ ਹੈ, ਹਰਿਆਵਲ ਮਿਲਦੀ ਹੈ, ਛਾਂ ਮਿਲਦੀ ਹੈ, ਖਾਦ ਮਿਲਦੀ ਹੈ, ਬਾਲਣ ਮਿਲਦਾ, ਕਿੰਨਾ ਕੁਛ ਦਰਖਤ ਤੋਂ ਮਿਲਦਾ। ਲੱਕੜੀ ਮਿਲਦੀ ਹੈ, ਉਸ ਤੋਂ ਫਰਨੀਚਰ ਬਣਦਾ ਹੈ। ਇੱਕ ਉਦੇਸ਼ ਲਈ ਤੁਸੀਂ ਦਰਖਤ ਬੀਜਿਆ ਵੀ ਅੰਬ ਖਾਣੇ, ਤੇ ਬਾਕੀ 99 ਉਂਝ ਹੀ ਸੁੱਖ ਮਿਲ ਗਏ, ਉਂਝ ਹੀ ਸੁੱਖ ਮਿਲ ਗਏ। ਸੋ ਜਦੋਂ ਰੱਬ ਮਿਲੇਗਾ, ਇਹ ਸਾਰੇ ਸੁੱਖ ਆਪਣੇ ਆਪ ਹੀ ਮਿਲ ਜਾਣਗੇ। ਨਾ ਵੀ ਰੱਬ ਮਿਲੇ, ਸਿਆਣੇ ਕਿ ਜਿਉਂ ਜਿਉਂ ਤੁਸੀਂ ਪਹਾੜ ਦੇ ਨੇੜੇ ਜਾਵੋਗੇ ਨਾ, ਤੁਹਾਨੂੰ ਠੰਡ ਲੱਗਦੀ ਜਾਏਗੀ। ਜਿਉਂ ਜਿਉਂ ਤੁਸੀਂ ਪਹਾੜ ਦੇ ਨੇੜੇ ਜਾਓਗੇ, ਤੁਹਾਨੂੰ ਠੰਡ ਲੱਗਦੀ ਜਾਏਗੀ। ਜਿਉਂ ਜਿਉਂ ਤੁਸੀਂ ਨਾਮ ਜਪ ਕੇ ਪਰਮਾਤਮਾ ਦੇ ਨੇੜੇ ਨੇੜੇ ਜਾਈ ਜਾਓਗੇ, ਤੁਸੀਂ ਸੁਖੀ ਹੋ ਜਾਓਗੇ। ਸੁੱਖ ਮਿਲਣਾ ਸ਼ੁਰੂ ਹੋ ਜਾਏਗਾ, ਸ਼ਾਂਤੀ ਮਿਲਣੀ ਸ਼ੁਰੂ ਹੋ ਜਾਏਗੀ, ਅਮੀਰੀ ਮਿਲਣੀ ਸ਼ੁਰੂ ਹੋ ਜਾਏਗੀ। ਅਤੇ ਜਦੋਂ ਅਸੀਂ ਉਹਨੂੰ ਮਿਲ ਹੀ ਪਏ, ਫਿਰ ਤਾਂ ਅਵਸਥਾ ਹੀ ਨਹੀਂ ਦੱਸੀ ਜਾ ਸਕਦੀ, ਉਦੋਂ ਫਿਰ ਕੀ ਸਾਡੀ ਹਾਲ ਹੋਏਗਾ। ਇਸ ਲਈ ਭਾਈ ਗੁਰੂ ਦੀ ਸੰਗਤ ਕਰੋ, ਤਾਂ ਜੋ ਸਾਨੂੰ ਜਿਹੜਾ ਹੈ ਜੀਵਨ ਜਾਚ ਆਵੇ, ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ, ਇਸ ਦਾ ਗਿਆਨ ਹੋਵੇ। 90% ਲੋਕਾਂ ਨੂੰ ਤਾਂ ਇਹੀ ਨਹੀਂ ਪਤਾ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ। ਬਸ ਧੱਕੇ ਤੋੜੇ ਜਿਹੇ ਖੋਈ ਜ਼ਿੰਦਗੀ ਲੱਗ ਜਾਂਦੀ। ਉਹਨਾਂ ਨੇ ਇਹੀ ਨਹੀਂ ਪਤਾ ਵੀ ਕੀ ਕਰਨਾ ਚਾਹੀਦਾ ਅਤੇ ਕੀ ਨਹੀਂ ਕਰਨਾ ਚਾਹੀਦਾ। ਜਦੋਂ ਸਤ ਸੰਗਤ ਕਰਦਾ, ਫਿਰ ਉਹਨੂੰ ਪਤਾ ਲੱਗਦਾ। ਤੁਹਾਡੇ 'ਚ ਜਿਹੜੇ ਪਹਿਲਾਂ ਪੀਂਦੇ ਸੀ, ਸਤਸੰਗ ਆ ਕੇ ਕਿਉਂ ਛੱਡ ਗਏ? ਕਦੇ ਵਿਚਾਰ ਕੇ ਕਿਉਂ ਛੱਡ ਗਏ? ਗਿਆਨ ਹੋ ਗਿਆ ਵੀ ਨਹੀਂ ਪੀਣੀ ਚਾਹੀਦੀ। ਜਿੰਨਾ ਚਿਰ ਸਤਸੰਗਤ ਨਹੀਂ ਕੀਤੀ, ਗਿਆਨ ਹੀ ਨਹੀਂ ਸੀ ਵੀ ਨਹੀਂ ਪੀਣੀ ਚਾਹੀਦੀ, ਗਿਆਨ ਹੀ ਨਹੀਂ ਸੀ। ਜਦੋਂ ਸਤਸੰਗਤ ਕੀਤੀ, ਗਿਆਨ ਹੋ ਗਿਆ, ਗਿਆਨ ਹੋ ਗਿਆ, ਪੀਣੀ ਛੱਡਤੀ, ਪੀਣੀ ਛੱਡਤੀ, ਹਜ਼ਾਰਾਂ ਰੁਪਈਏ ਬਚਣੇ ਸ਼ੁਰੂ ਹੋ ਗਏ। ਯਾਰ ਸਾਡਾ ਇੱਕ ਟੀਚਰ ਸੀ, ਰਿਟਾਇਰ ਹੋਣਾ ਸੀ ਨਾ, ਮੈਂ ਇੱਕ ਦਿਨ ਕਿ ਸਾਡੇ ਘਰ ਲੰਗਰ ਛਕਿਓ ਜੀ। ਉਹੀ ਮੈਨੂੰ ਸਕੂਲੇ ਭਵਾਨੀਗੜ੍ਹ ਤੱਕ ਲੈ ਕੇ ਜਾਂਦਾ, ਫਿਰ ਉੱਥੇ ਬੱਸ ਸਟੈਂਡ 'ਤੇ ਉਹੀ ਛੱਡ ਕੇ ਜਾਂਦਾ ਸੀ। ਮੈਂ ਚੱਲ ਭਾਈ ਤੇ ਵੈਸੇ ਤਾਂ ਮੈਂ ਸਕੂਲੋਂ ਖਾ ਆਇਆ, ਪਰ ਚੱਲ ਕੋਈ ਨਹੀਂ, ਜਾਣ ਉਹ ਮੈਂ ਗੱਲਾਂ ਲੱਗਿਆ ਕਰਨ ਰੋਟੀ ਖਾਂਦਾ ਖਾਂਦਾ। ਪਤਾ ਤਾਂ ਸੀ ਮੈਨੂੰ ਪੀਂਦਾ। ਮੈਂ ਜੀ ਤੁਸੀਂ ਕਿਹੜੇ ਸਨ 'ਚ ਪੀਣੀ ਸ਼ੁਰੂ ਕੀਤੀ? ਕਹਿੰਦਾ 1960 'ਚ। ਇਹ ਗੱਲ ਸੀ ਜਨਵਰੀ 2001 ਦੀ, ਜਦੋਂ ਮੈਂ ਗੱਲ ਕੀਤੀ। ਮੈਂ 40 ਸਾਲ ਹੋ ਗਏ। ਜਦੋਂ ਤੂੰ ਪੀਣੀ ਸ਼ੁਰੂ ਕੀਤੀ, ਮੈਨੂੰ ਪਤਾ ਹੈ ਉਦੋਂ 5 ਰੁਪਏ ਦੀ ਬੋਤਲ ਹੁੰਦੀ ਸੀ। ਕਹਿੰਦਾ ਤੁਹਾਨੂੰ ਕੀ ਪਤਾ? ਮੈਂ ਸਾਡੇ ਟੱਬਰ ਪੀਂਦਾ ਸੀ, ਮੇਰੇ ਭਰਾ ਪੀਂਦੇ ਸਰ, ਮੈਨੂੰ ਪਤਾ।
ਮੈਂ ਕਿੰਨੀ ਪੀਂਦਾ ਸੀ, ਕਦੇ ਪਊਆ ਪੀਂਦਾ ਸੀ ਮੈਂ 4 ਰੁਪਏ। ਹੁਣ 365 ਦਿਨਾਂ ਤੋਂ ਮੰਨ ਲਓ ਕੋਈ ਦਿਨ ਨਹੀਂ ਵੀ ਪੀਤੀ, 15-20 ਦਿਨ ਨਹੀਂ ਵੀ ਪੀਤੀ, ਤੂੰ 350 ਦਿਨ ਪੀਤੀ, ਉਹ ਇੰਨੇ ਦੀ ਹੋ ਗਈ। ਉਦੋਂ ਜਦੋਂ ਮੈਂ ਗੱਲ ਕਰਦਾ 7 ਸਾਲਾਂ ਬਾਅਦ ਪੈਸੇ ਬੈਂਕ 'ਚ ਦੂਣੇ ਹੁੰਦੇ ਸੀ। ਮੈਂ ਤੂੰ 1 ਸਾਲ 'ਚ ਇੰਨੇ ਦੀ ਪੀਤੀ, 7 ਸਾਲਾਂ ਬਾਅਦ ਉਹ ਇੰਨੇ ਰੁਪਈਏ ਹੋ ਗਏ, 14 ਸਾਲ ਬਾਅਦ ਇੰਨੇ ਹੋ ਗਏ, 21 ਸਾਲ ਬਾਅਦ ਇੰਨੇ ਹੋ ਗਏ, 28 ਸਾਲ ਬਾਅਦ ਇੰਨੇ ਹੋ ਗਏ, 35 ਸਾਲ ਬਾਅਦ ਇੰਨੇ ਹੋ ਗਏ, 40 ਸਾਲ ਬਾਅਦ ਇੰਨੇ ਹੋ ਗਏ। ਜੇ ਤੂੰ 1 ਸਾਲ 60 'ਚ ਪੀਤੀ ਸੀ ਤੇ ਮੈਂ ਕਾਪੀ ਲੱਗੇ ਹਿਸਾਬ ਮੈਨੂੰ ਆਉਂਦਾ, ਮੈਂ 61 62 63 ਜਾ ਕੀਤੀ ਨਾ, ਮੈਂ ਟੋਟਲ ਪੜ੍ਹ ਲ। ਕਹਿੰਦਾ ਯਾਰ ਇੰਨੇ ਤਾਂ ਮੇਰੀ ਬੇ-ਕਲਾਸ ਕੋਠੀ ਬਣ ਜਾਣੀ ਸੀ। ਨਹੀਂ ਪਤਾ ਵੀ ਕਿੰਨਾ ਕਿੰਨਾ ਘਾਟਾ ਪੈਂਦਾ। ਬਾਣੀਆਂ ਦਾ ਹਿਸਾਬ ਹੀ ਨਹੀਂ ਕੀਤਾ। ਜਿੰਨਾ ਚਿਰ ਸਾਡੀ ਸੋਚ ਬਾਣੀ ਵਾਲੀ ਨਹੀਂ ਨਾ ਹੁੰਦੀ, ਅਸੀਂ ਤਰੱਕੀ ਨਹੀਂ ਕਰ ਸਕਦੇ। ਤੁਹਾਡੀ ਮਰਜ਼ੀ ਅੱਜ ਬਣਾ ਲਓ, ਤੁਹਾਡੀ ਮਰਜ਼ੀ ਅਗਲੇ ਜਨਮ 'ਚ ਬਣਾ ਲਿਓ। ਬਾਣੀਆਂ ਕੋਈ ਵੀ ਕੰਮ ਕਰਦਾ ਪਹਿਲਾਂ ਸੋਚਦਾ ਇਸ ਕੰਮ 'ਚ ਮੈਨੂੰ ਲਾਭ ਹੋਏਗਾ ਕਿ ਨੁਕਸਾਨ ਹੋਏਗਾ, ਹਮੇਸ਼ਾ ਪਹਿਲਾਂ ਇਹ ਸੋਚਦਾ। ਬਾਕੀ ਜਾਤਾਂ ਵਾਲੇ ਕਰਕੇ ਫਿਰ ਸੋਚਦੇ ਨੇ। ਬਾਣੀਆਂ ਲੜਨ ਤੋਂ ਪਹਿਲਾਂ ਸੋਚੂ ਬਈ ਜੇ ਜੇਲ੍ਹ ਹੋ ਗਈ, ਮੇਰੀ ਦੁਕਾਨ ਵੀ ਗਈ ਤੇ ਪਰਿਵਾਰ ਵੀ ਰੁਲ ਜਾਏਗਾ ਤੇ ਮੇਰੇ ਕਈ ਸਾਲ ਖਰਾਬ ਜਿਹੜੇ। ਕੋਈ ਸੋਚਦਾ ਨਹੀਂ, ਲੜਦਾ। ਜੱਟ ਉਹਦੀ ਪਤਾ ਲੜਨ ਤੋਂ ਬਾਅਦ ਸੋਚਦਾ, ਉਹ ਲੜਨ ਤੋਂ ਬਾਅਦ ਸੋਚਦਾ। ਮਾਰੋ ਕਹਿੰਦੇ। ਮੈਂ 8ਵੀਂ 'ਚ ਪੜ੍ਹਦਾ ਸੀ ਪਿੰਡ, ਸਕੂਲੋਂ ਆ ਰਿਹਾ ਛੁੱਟੀ, ਆ ਰਹੇ ਬਸਤਾ 'ਚ ਮੇਰੇ 2 ਲਾਲੇ ਲੜ ਰਹੇ ਸਾਡੇ। ਉਹ ਦੁਕਾਨਦਾਰ ਲੜੀ ਜਾ ਰਿਹਾ, ਤੂੰ ਮੈਂ ਕਰੀ ਜਾ ਰਹੇ ਨੇ। ਇੱਕ ਕੋਲੋਂ ਤੀਜਾ ਲਾਲਾ ਲੰਘਿਆ, ਉਹ ਕਹਿੰਦਾ ਮਾਰ ਇਹਦੇ ਧੋਤੀ ਦਾ ਪੱਲਾ। ਮੈਂ ਦਿਲ ਸੋਚਿਆ ਜੇ ਜੱਟ ਕੋਲੋਂ ਲੰਘਦਾ ਉਹਨੇ ਕਹਿਣਾ ਮਾਰ ਦੇ ਵੱਟਾ ਕਿਲੋ ਦਾ, ਸਿਰ ਪਾੜਦਾ। ਕਹਿੰਦਾ ਮਾਰ ਧੋਤੀ ਦਾ ਪੱਲਾ, ਉਹਦੇ ਨਾਲ ਕੀ ਵਿਗੜਦਾ। ਇਹ ਸੋਚ ਮੈਂ ਉਹਨੂੰ ਵੇਖੀ ਜਾ ਰਿਹਾ, ਨਾਲ ਇਹ ਸੋਚ ਰਿਹਾ। ਮੈਂ ਜੇ ਇਹ ਜਿਹੜੇ ਇਹ ਕਹਿੰਦੇ ਜੇ ਇੱਥੇ ਕੋਈ ਜੱਟ ਖੜਾ ਹੁੰਦਾ ਨਾ, ਉਹਨੇ ਕਹਿਣਾ ਸੇਠ ਜੀ ਆ ਤੁਹਾਡੇ ਕੋਲ ਵੱਟਾ ਸ਼ੇਰ ਦਾ, ਮਾਰੋ ਇਹਦੇ ਸਿਰ 'ਚ। ਮੈਂ ਤੇ ਫਿਰ ਨਤੀਜਾ ਜੋ ਨਿਕਲਣਾ ਸੀ ਉਹ ਤੁਹਾਡੇ ਸਾਹਮਣੇ ਸੀ। ਸੋ ਇਸ ਲਈ ਅਸੀਂ ਸੋਚ ਬਾਣੀ ਵਾਲੀ ਨਾ ਰੱਖੀ ਹੋਣ ਕਰਕੇ ਇੰਨਾ ਕੁ ਸਾਡੇ ਲਈ ਵਕਤ ਖੜਾ ਹੋ ਗਿਆ। ਪਹਿਲਾਂ ਮੈਨੂੰ ਬਾਹਮਣ ਕਹੀ ਗਏ, 8ਵੀਂ ਤੱਕ ਤਾਂ ਮੈਨੂੰ ਬਾਹਮਣ ਕਹੀ ਗਏ ਵੀ ਮੈਂ ਨਾ ਅੰਡਾ ਖਾਂਦਾ ਸੀ ਨਾ ਮੀਟ ਖਾਂਦਾ ਸੀ। ਕਿ ਕਿੱਥੇ ਸਾਡੇ ਘਰ ਬਾਹਮਣ ਪੈਦਾ ਹੋ ਗਏ। ਜਦੋਂ ਮੇਰੀ ਸੋਚ ਬਦਲੀ ਫਿਰ ਕਹਿੰਦੇ ਸਾਡੇ ਘਰ ਇੱਕ ਬਾਣੀਆਂ ਪੈਦਾ ਹੋ ਗਏ। ਮੈਂ ਤੁਸੀਂ ਬਾਣੀਆਂ ਹੋ ਜਾਓ, ਠੀਕ ਰਹੋਗੇ ਤੁਸੀਂ। ਹੋਰ ਕੌਣ ਮੰਨਦਾ? ਜੱਟ ਬਾਣੀਏ ਦੀ ਨਹੀਂ ਮੰਨਦਾ, ਇਸ ਲਈ ਬਾਣੀਏ ਦਾ ਗੁਲਾਮ ਹੀ ਰਹਿੰਦਾ। ਜੱਟ ਬਾਣੀ ਸਦੀਆਂ ਤੋਂ ਜੱਟ ਬਾਣੀਏ ਦਾ ਗੁਲਾਮ ਹੈ, ਉਸ ਤੋਂ ਉਧਾਰ ਲੈਂਦਾ ਤੇ ਸਾਰੀ ਉਮਰ ਫਿਰ ਗੁਲਾਮੀ ਕਰਦਾ ਰਹਿੰਦਾ। ਤੇ ਮੈਂ ਹੱਸਦਾ ਹੁੰਦਾ ਵੀ ਇੱਕ ਪਾਸੇ ਜੱਟ ਤੇ ਮੋਦੀ ਹੈਗਾ ਬਾਣੀਆ, ਇੱਕ ਪਾਸੇ ਬਾਣੀਆ। ਦੇਖਦੇ ਕੌਣ ਜਿੱਤਦਾ, ਦੇਖਦੇ ਕੌਣ ਜਿੱਤਦਾ। ਜੇ ਕਿਤੇ ਜੱਟ ਜਿੱਤ ਗਿਆ ਬੱਲੇ ਬੱਲੇ ਹੋ ਜਾਏਗੀ। ਹਾਂਜੀ, ਬੱਲੇ 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 ਜੱਟ ਨੇ ਬਾਣੀਆਂ ਨੂੰ ਜਿੱਤ ਲਿਆ। ਨਹੀਂ ਤੇ ਬਾਣੀ ਨੂੰ ਜਿੱਤਣਾ ਬੜਾ ਔਖਾ ਹੈ, ਕਿਉਂ ਸਾਡੀ ਸੋਚ ਹੋਰ ਹੈ, ਉਹਨਾਂ ਦੀ ਸੋਚ ਹੋਰ ਹੈ। ਖੈਰ, ਸੋ ਗੁਰੂ ਮਹਾਰਾਜ ਕਹਿੰਦੇ ਹਮ ਅਪਰਾਧੀ ਰਾਖੇ ਗੁਰ ਸੰਗਤੀ। ਅਸੀਂ ਅਪਰਾਧੀ ਹਾਂ, ਸਾਨੂੰ ਪਰਮਾਤਮਾ ਨੇ ਗੁਰੂ ਦੀ ਸੰਗਤ 'ਚ ਰੱਖਿਆ। ਉਪਦੇਸ਼ ਦਿਓ, ਗੁਰੂ ਨੇ ਫਿਰ ਸਾਨੂੰ ਉਪਦੇਸ਼ ਦਿੱਤਾ। ਹਰ ਨਾਮ ਛਡਾਵੇ ਕਿ ਪਰਮਾਤਮਾ ਦਾ ਨਾਮ ਹੀ ਤੇਰਾ ਛੁਟਕਾਰਾ ਕਰਾਏਗਾ। ਫਿਰ ਕਹਿੰਦੇ ਅਸੀਂ ਨਾਮ ਜਪਿਆ
तुमरे गुण क्या कहाँ मेरे सतगुरा, जब गुर बोलें तब बिस्म हो जाए। हे मेरे सतगुरा, ਅਸੀਂ ਤੁਹਾਡੇ ਕਿਹੜੇ ਕਿਹੜੇ ਗੁਣ ਕਹੀਏ, ਕਿਹੜੇ ਕਿਹੜੇ ਤੇਰੇ ਗੁਣਾਂ ਦਾ ਵਰਣਨ ਕਰਾਂ। ਜਬ ਗੁਰ ਬੋਲੇ, ਜਦੋਂ ਅਸੀਂ ਮੂੰਹੋਂ ਗੁਰੂ ਗੁਰੂ ਕਰਦੇ ਹਾਂ ਤਾਂ ਬਿਸਮ ਹੋ ਜਾਏ, ਅਸੀਂ ਵਿਸਮਾਦ ਦੇ ਵਿੱਚ ਚਲੇ ਜਾਂਦੇ। ਵਿਸਮਾਦ ਉਹ ਅਵਸਥਾ ਹੁੰਦੀ ਹੈ ਜਿਹੜੀ ਹੈਰਾਨੀ ਅਤੇ ਖੁਸ਼ੀ ਭਰੀ ਹੋਵੇ, ਜਿਸ 'ਚ ਹੈਰਾਨੀ ਵੀ ਹੋਵੇ ਅਤੇ ਖੁਸ਼ੀ ਵੀ ਹੋਵੇ। ਤੁਸੀਂ ਪਹਿਲੀ ਵਾਰੀ ਬਹੁਤ ਵੱਡੀ ਬਿਲਡਿੰਗ ਵੇਖੀ ਹੈ, ਤੁਸੀਂ ਵੇਖ ਕੇ ਕਿੰਨੀ ਦੇਰ ਸੋਚੀ ਜਾਵੇ, ਕਿੰਨੀ ਉੱਚੀ ਬਿਲਡਿੰਗ ਹੈ, ਕਿਆ ਵਧੀਆ ਬਿਲਡਿੰਗ ਹੈ, ਅੰਦਰੋਂ ਪਤਾ ਨਹੀਂ ਕੀ ਹੋਏਗਾ। ਇਸ ਤਰ੍ਹਾਂ ਕਿ ਜੇ ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਨਾ, ਸਾਡੇ ਅੰਦਰ ਵਿਸਮਾਦ ਦੀ ਅਵਸਥਾ ਪੈਦਾ ਹੋ ਜਾਂਦੀ ਹੈ। हम जैसे अपराधी अवर कोई राखे, जैसे हम सतगुर राख लिए छड़ाए। साढ़े वर्गे अपराधियों ਨੂੰ ਹੋਰ ਕੋਈ ਨਹੀਂ ਰੱਖ ਸਕਦਾ। ਇਹ ਤਾਂ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਉਹਨੇ ਸਾਡੀ ਰੱਖਿਆ ਕੀਤੀ, ਉਹਨੇ ਸਾਨੂੰ ਬੁਰਾਈਆਂ ਤੋਂ ਛੁਡਾ ਲਿਆ, ਬਚਾ ਲਿਆ। ਇਹ ਤਾਂ ਗੁਰੂ ਨੇ ਕਹਿੰਦੇ ਕਿਰਪਾ ਕੀਤੀ, ਹੋਰ ਸਾਨੂੰ ਕਿਹਨੇ ਰੱਖਣਾ ਸੀ। तू गुर पिता, तू है गुर माता, तू गुर बंदप मेरा सखा सखाए। हे गुरु महाराज, तुसी मेरे पिता हो, भाव हे परमात्मा तुसी मेरे पिता हो। तू है गुर माता, हे गुरु तुसी मेरी माँ हो। तू गुर बंदप, बंदप रिश्तेदार नूं कहंदे, तू मेरा रिश्तेदार है। मेरा सखा सखाए, मित्र ਨੂੰ ਕਹਿੰਦੇ ਨੇ, ਸਾਥੀ ਨੂੰ। ਜੇ ਆਪਾਂ ਕਹਿੰਦੇ ਇਹ ਮੇਰਾ ਕਲਾਸ ਫੈਲੋ ਹੈ, ਉਹ ਕਲਾਸ ਦਾ ਸਖਾ ਹੁੰਦਾ, ਸਾਥੀ। ਤੂੰ ਮੇਰਾ ਸਾਥੀ ਹੈ, ਤੂੰ ਮੇਰਾ ਮਿੱਤਰ ਹੈ, ਤੂੰ ਮੇਰਾ ਰਿਸ਼ਤੇਦਾਰ ਹੈ, ਤੂੰ ਮੇਰੀ ਮਾਂ ਹੈ, ਤੂੰ ਮੇਰਾ ਪਿਤਾ ਹੈ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ। ਚੌਥੇ ਪਾਤਸ਼ਾਹ ਕਹਿੰਦੇ ਗੁਰੂ ਰਾਮਦਾਸ ਮਹਾਰਾਜ, ਬਿਦ ਹੁੰਦੀ ਹੈ ਹਾਲਤ, ਇੱਕ ਬਿਦ ਹੁੰਦਾ ਤਰੀਕਾ, ਜਿਹਨੂੰ ਵਿਧੀ ਕਹਿੰਦੇ, ਪਹਿਲੇ ਵਿਧੀ ਵਾਲੇ ਨੂੰ। ਇੱਕ ਵਿਧੀ ਦਾ ਮਤਲਬ ਹੈ ਤਰੀਕਾ, ਵਿਧੀ ਵਾਲਾ ਕੀ ਵਿਧੀ ਅਪਣਾਓਗੇ ਜਿਸ ਕੰਮ ਨੂੰ ਕਰਨ ਦਾ ਤਰੀਕਾ। ਦੂਜੀ ਹੁੰਦਾ ਹਾਲਤ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਹੇ ਮੇਰੇ ਸਤਿਗੁਰੂ ਜੀ, ਜੋ ਸਾਡੀ ਹਾਲਤ ਹੁੰਦੀ ਸੀ, ਸਾ ਬਿਦ ਤੁਮ ਹਰ ਜਾਣੋ ਆਪੇ। ਹੇ ਪਰਮਾਤਮਾ, ਉਸ ਹਾਲਤ ਨੂੰ ਤੁਸੀਂ ਜਾਣਦੇ ਹੋ। ਕਿਉਂ? ਦੇਖੋ, ਮਾਤਾ ਪਿਤਾ ਦੋਨੋਂ ਸਵਰਗਵਾਸ ਹੋ ਗਏ ਛੋਟਿਆਂ ਹੁੰਦੇ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ। ਨਾਨੀ ਫਿਰ ਲਾਹੌਰ ਤੋਂ ਆਪਣੇ ਕੋਲ ਬਾਸਰ ਕੇ ਲੈ ਗਈ। ਬਾਸਰਕੇ ਦੇ ਤੀਸਰੇ ਪਾਤਸ਼ਾਹ ਸਨ। ਨਾਨੀ ਤੀਸਰੇ ਪਾਤਸ਼ਾਹ ਨਾਲ ਦੀ ਰਿਸ਼ਤੇਦਾਰ ਵੀ ਦੂਰੋਂ ਨੇੜੇ, ਉਹ ਗੋਇੰਦਵਾਲ ਸਾਹਿਬ ਆਉਂਦੇ ਜਾਂਦੇ ਰਹਿੰਦੇ ਸਨ। ਉਹ ਭਾਈ ਜੇਠਾ ਜੀ ਨੂੰ ਲੈ ਕੇ ਗੁਰੂ ਅਮਰਦਾਸ ਪਾਤਸ਼ਾਹ ਗਏ ਵੀ ਤੂੰ ਭਾਈ ਇੱਥੇ ਰਹਿ, ਕੋਈ ਕੰਮ ਧੰਦਾ ਕਰ ਲੈ। ਨਾਨੀ ਨੇ ਕੀ ਕਰਨਾ, ਘੁੰਗਣੀਆਂ ਤਿਆਰ ਕਰ, ਜਿਹੜੇ ਵੇਚਣ ਦੀ ਪਹਿਲਾਂ ਸੀ ਉਹਨਾਂ ਦੀ ਜਾਚ ਥੋੜ੍ਹੀ ਬਹੁਤੀ ਮਾਂ ਨੇ ਸਿਖਾਈ ਸੀ। ਉਹਨਾਂ ਘੁੰਗਣੀਆਂ ਵੇਚ ਕੇ ਆਪਣਾ ਗੁਜ਼ਾਰਾ ਕਰਨਾ ਨਾਨੀ ਨੇ, ਅਤੇ ਉਹ ਲੱਗਾ ਦੁੱਧ ਚੌਥੇ ਪਾਸੇ ਗੁਜ਼ਾਰਾ ਕਰਨਾ ਦੋਨਾਂ ਵਿਚਾਰਿਆਂ ਨੂੰ। ਜਿਹੜਾ ਬਾਕੀ ਸਮਾਂ ਬਚਣਾ, ਨਾਨੀ ਨੇ ਅਤੇ ਚੌਥੇ ਪਾਤਸ਼ਾਹ ਨੇ ਗੁਰੂ ਘਰ 'ਚ ਸੇਵਾ ਕਰਨੀ। ਸਮਾਂ ਬੀਤਦਾ ਗਿਆ, 18 ਸਾਲ ਉਮਰ ਹੋ ਗਈ ਹੈ। ਤੀਸਰੇ ਪਾਤਸ਼ਾਹ ਦੀ ਸਪੁੱਤਰੀ ਬੀਬੀ ਭਾਨੀ ਜੀ, ਉਹ ਵੀ ਜਵਾਨ ਹੋ ਗਏ ਨੇ। ਦੋਨੋਂ ਮੀਆਂ ਬੀਬੀ, ਤੀਸਰੇ ਪਾਤਸ਼ਾਹ ਅਤੇ ਉਹਨਾਂ ਦੇ ਮਹਿਲ ਘਰ ਵਾਲੇ, ਸਲਾਹ ਕਰਦੇ ਨੇ ਵੀ ਆਪਣੀ ਲੜਕੀ ਜਵਾਨ ਹੋ ਗਿਆ, ਕੋਈ ਵਰ ਲੱਭੀਏ। ਦਰਵਾਜ਼ਾ ਕੁਦਰਤੀ ਖੁੱਲ੍ਹਾ ਸੀ।
ਤੇ ਗੁਰੂ ਰਾਮਦਾਸ ਜੀ ਮਹਾਰਾਜ ਭਾਈ ਜੇਠਾ ਜੀ ਦਰਵਾਜ਼ੇ ਅੱਗੇ ਖਲੋ ਕੇ ਕਹਿੰਦੇ ਘੁੰਗਣੀਆਂ ਲੈ ਲਓ ਘੁੰਗਣੀਆਂ। ਤੇ ਤੀਸਰੇ ਪਾਤਸ਼ਾਹ ਦੀ ਘਰ ਵਾਲੇ ਕਹਿੰਦੇ ਬਈ ਭਾਨੀ ਲਈ ਨਾ ਘਰ ਵਾਲਾ ਇਹੋ ਜਿਹਾ ਚਾਹੀਦਾ। ਵੀ ਦੇਖੋ ਕਿੰਨਾ ਸੋਹਣਾ ਸੁਨੱਖਾ ਮੁੰਡਾ ਜਵਾਨ। ਤੇ ਤੀਸਰੇ ਪਾਤਸ਼ਾਹ ਕਹਿੰਦਾ ਫਿਰ ਇਹੋ ਜਿਹਾ ਤਾਂ ਇਹੀ ਹੈ, ਇਹੋ ਜਿਹਾ ਤਾਂ ਫਿਰ ਇਹੀ ਹੈ। ਚਲੋ ਤੀਸਰੇ ਪਾਤਸ਼ਾਹ ਨੇ ਉਹਨਾਂ ਨੂੰ ਸੱਦਿਆ, ਸਾਰਾ ਪੁੱਛਿਆ ਭਾਈ ਤੂੰ ਕਿੱਥੋਂ ਦਾ ਰਹਿਣਾ, ਕੀ ਕਰਦਾ, ਕੌਣ ਹੈ? ਉਹਨੇ ਆਪ ਸਾਰਾ ਦੱਸਤਾ ਵਿੱਚ। ਕਦੇ ਕੱਲ੍ਹ ਆਪਣੀ ਨਾਨੀ ਨੂੰ ਲੈ ਕੇ ਹੀ ਤੇ ਆ ਵੀ ਹੋਏ। ਚਲੋ ਗੱਲਬਾਤ ਹੋ ਗਈ, ਰਿਸ਼ਤਾ ਕਰਤਾ। ਫਿਰ ਜਿਹੜਾ ਹੈ ਦੇਖੋ ਹੌਲੀ ਹੌਲੀ ਉਹ ਗੁਰੂ ਰਾਮਦਾਸ ਬਣ ਗਏ। ਉਹ ਕਹਿ ਰਹੇ ਨੇ ਸੱਚੇ ਪਾਤਸ਼ਾਹ ਤੁਸੀਂ ਤੇ ਮੇਰੀ ਹਾਲਤ ਨੂੰ ਜਾਣਦੇ ਹੋ ਮੈਂ ਕੀ ਸੀ, ਤੁਸੀਂ ਮੇਰੀ ਗਰੀਬੀ ਨੂੰ ਮੇਰੀ ਹਾਲਤ ਨੂੰ ਤੁਸੀਂ ਜਾਣਦੇ ਸੀ ਮੈਂ ਕੀ ਸੀ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰ, ਹੈ ਮੇਰੇ ਸਤਿਗੁਰੂ ਜੀ, ਹੈ ਮੇਰੇ ਪਰਮਾਤਮਾ, ਜੋ ਮੇਰੀ ਹਾਲਤ ਹੁੰਦੀ ਸੀ ਸਾ ਬਿਦ ਤੁਮ ਹਰ ਜਾਣੋ ਆਪੇ, ਉਹ ਹਾਲਤ ਤੁਸੀਂ ਜਾਣਦੇ ਹੋ, ਜਾਣਦੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਅਸੀਂ ਕਹਿੰਦੇ ਰੁਲਦੇ ਫਿਰਦੇ ਸੀ। ਦੇਖੋ ਜਦੋਂ ਨਾਨੀ ਲੈ ਕੇ ਚਲੀ ਲਾਹੌਰੋਂ, ਰਿਸ਼ਤੇਦਾਰ ਸਾਰੇ ਲਾਹੌਰ ਹੀ ਰਹਿੰਦੇ ਸੀ। ਕਿਸੇ ਨੇ ਨਹੀਂ ਕਿਹਾ ਮਾਤਾ ਜੀ ਵੀ ਨਾ ਲੈ ਕੇ ਜਾਓ, ਇੱਥੇ ਅਸੀਂ ਦੁਕਾਨ ਪਵਾਦਾ ਛੋਟੀ ਮੋਟੀ, ਇਹਦੀ ਸਹਾਇਤਾ ਕਰਾਂਗੇ ਨਾ। ਕਿਸੇ ਨੇ ਨਹੀਂ ਪੁੱਛਿਆ, ਕਿਸੇ ਨੇ ਨਹੀਂ ਪੁੱਛਿਆ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਅਸੀਂ ਤਾਂ ਰੁਲਦੇ ਫਿਰਦੇ ਸੀ, ਕੋਈ ਸਾਡੀ ਬਾਤ ਨਹੀਂ ਸੁਣਦਾ। ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ, ਜਦੋਂ ਅਸੀਂ ਗੁਰੂ ਦੀ ਸੰਗਤ ਕੀਤੀ ਕੀਰੇ ਹਮ, ਅਸੀਂ ਨਿਮਾਣੇ ਨਤਾਣੇ ਆਦਰ ਮਾਣ ਵਾਲੇ ਹੋ ਗਏ। ਥਾਪੇ ਜਿਵੇਂ ਮੂਰਤੀ ਹੈ ਸੜਕ 'ਤੇ ਬਣਾ ਰੱਖੀ ਜਿਵੇਂ ਉਹਨੇ, ਤੁਸੀਂ ਉਹਨੂੰ ਨਹੀਂ ਮੱਥਾ ਟੇਕਦੇ। ਸੜਕਾਂ ਜਾਓ ਕਈ ਵਾਰੀ ਕਿੰਨੀ ਮੂਰਤੀਆਂ ਜੀ ਉਹਨਾਂ ਨੇ ਬਣਾ ਕੇ ਰੱਖੀ ਹੁੰਦੀ ਸੜਕ 'ਤੇ, ਨਹੀਂ ਟੇਕਦੇ। ਪਰ ਉੱਥੋਂ ਮੰਦਰ ਵਾਲੇ ਇੱਕ ਮੂਰਤੀ ਖਰੀਦ ਲਿਆਉਂਦੇ ਨੇ, ਠੀਕ ਹੈ, ਉਹਨੂੰ ਸਤਿਕਾਰ ਸਹਿਤ ਲਿਆ ਕੇ ਮੰਦਰ ਦੇ ਵਿੱਚ ਸਥਾਪਿਤ ਕਰ ਦਿੰਦੇ ਨੇ। ਉਹੀ ਮੂਰਤੀ ਜਿਹੜੀ ਸੜਕ ਦੇ ਕੰਢੇ 'ਤੇ ਸੀ, ਜਿਹਨੂੰ ਕੋਈ ਨਹੀਂ ਸੀ ਪੂਜਦਾ, ਜਦੋਂ ਮੰਦਰ 'ਚ ਸਥਾਪਿਤ ਹੋ ਗਈ ਦੇਖੋ ਪੂਜਾ ਸ਼ੁਰੂ ਹੋ ਗਈ। ਕਹਿੰਦੇ ਜਦੋਂ ਹੈ ਗੁਰੂ ਮਹਾਰਾਜ ਅਸੀਂ ਤੁਹਾਡੀ ਸੰਗਤ ਕੀਤੀ, ਜਦੋਂ ਸੰਗਤ ਕੀਤੀ ਕਹਿੰਦੇ ਸਾਡਾ ਵੀ ਆਦਰ ਮਾਣ ਸਤਿਕਾਰ ਵੱਧ ਗਿਆ। ਕਹਿੰਦੇ ਸੋ ਇਸ ਲਈ ਭਾਈ ਗੁਰੂ ਦੀ ਸੰਗਤ ਕਰੋ, ਨਾਮ ਜਪੋ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲੇ ਚੂਕੇ ਸਭ ਸੋਗ ਸੰਤਪ। ਕਹਿੰਦੇ ਗੁਰੂ ਮਹਾਰਾਜ ਕਹਿੰਦੇ ਮੇਰਾ ਗੁਰੂ ਧਨ ਹੈ, ਧਨ ਹੈ, ਜਿਸ ਨੂੰ ਮਿਲ ਕੇ ਚੂਕੇ ਸਭ ਸੋਗ ਸੰਤਾਪੇ, ਸਾਰੇ ਸੋਗ ਸਾਰੇ ਸੰਤਾਪ ਮਾਨਸਿਕ ਦੁੱਖ ਚੂਕੇ ਦੇ ਖਤਮ ਹੋ ਗਏ। ਹੁਣ ਮਿਲ ਕੇ ਸਾਰੇ ਦੁੱਖ ਹੀ ਖਤਮ ਹੋ ਗਏ, ਸਾਰੇ ਮਾਨਸਿਕ ਸਰੀਰ ਦੁੱਖ ਖਤਮ ਹੋ ਗਏ। ਗੌੜੀ ਬੈਰਾਗਣ ਮਹਿਲਾ ਚੌਥਾ। ਅੱਗੇ ਕਹਿੰਦੇ ਕੰਚਨ ਨਾਰੀ ਮੈਂ ਜੀਓ ਲੁਭਤ ਹੈ, ਮੋਹ ਮੀਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ, ਮਨ ਅਨ ਰਸ ਲਾਇਆ, ਹਰ ਪ੍ਰਭ ਚਿਤ ਨ ਆਵੀ, ਕਿਉਂ ਛੂਟਾਂ ਮੇਰੇ ਹਰ ਰਾਇਆ। ਕੰਚਨ ਸੋਨਾ, ਨਾਰੀ ਔਰਤ, ਇਹ ਮਨੁੱਖ ਦਾ ਜਿਹੜਾ ਮਨ ਹੈ ਔਰਤ ਵਿੱਚ, ਸੋਨੇ ਵਿੱਚ, ਮੈਂ ਜੀਓ ਲੁਭਤ ਹੈ, ਇਹ ਮਨ ਲੁਭਾਏਮਾਨ ਹੈ, ਇਹ ਮਨ ਲੁਭਾਏਮਾਨ ਹੈ ਨਾ ਦੋਨਾਂ ਚੀਜ਼ਾਂ 'ਚ। ਮੋਹ ਮੀਠਾ ਮਾਇਆ, ਇਹ ਮਾਇਆ ਦਾ ਮੋਹ ਬੜਾ ਮਿੱਠਾ ਲੱਗਦਾ ਹੈ, ਮਿੱਠਾ ਲੱਗਦਾ। ਘਰ ਮੰਤਰ ਘੋੜੇ ਖੁਸ਼ੀ, ਮਨ ਅਨ ਰਸ ਲਾਇਆ। ਘਰ ਘਰ ਨਾਲ ਮੰਦਰ ਨੇ ਵਧੀਆ ਘਰ, ਵਧੀਆ ਘਰ ਹੈ, ਘੋੜੇ ਨੇ, ਬੜੀ ਖੁਸ਼ੀ ਹੈ। ਮਨ ਜਿਹੜਾ ਹੈ ਨਾਮ ਵਾਲੇ ਪਾਸੇ ਨਹੀਂ ਹੈ, ਅਨ ਰਸ ਲਾਇਆ।
ਹੋਰ ਸਵਾਦਾਂ 'ਚ ਮਨ ਲੱਗਾ ਹੋਇਆ ਹੈ। ਦੇਖਦਾ ਮੇਰੇ ਕੋ ਆਹ ਕਿੰਨਾ ਵਧੀਆ ਘਰ, ਘੋੜੇ ਨੇ, ਖੁਸ਼ ਹੈ। ਹਰ ਪ੍ਰਭ ਚਿਤ ਨਾ ਆਵੇ, ਕਿਉਂ ਛੂਟਾ ਮੇਰੇ ਹਰ ਰਾਇਆ। ਹੇ ਪਰਮਾਤਮਾ, ਮੈਨੂੰ ਤੇ ਰੱਬ ਯਾਦ ਹੀ ਨਹੀਂ ਆਉਂਦਾ, ਤੇ ਮੇਰਾ ਛੁਟਕਾਰਾ ਕਿਵੇਂ ਹੋਵੇਗਾ? ਇਹ ਛੁਟਕਾਰਾ, ਇਹ ਲਾਲਚ ਤੋਂ, ਇਹ ਮੋਹ ਮਾਇਆ ਤੋਂ ਮੇਰਾ ਛੁਟਕਾਰਾ ਕਿਵੇਂ ਹੋਵੇਗਾ? ਕਿਉਂਕਿ ਤੂੰ ਯਾਦ ਨਹੀਂ ਆਉਂਦਾ। ਰੱਬ ਦੇ ਨਾਮ ਨੇ ਛੁਟਕਾਰਾ ਕਰਨਾ, ਤੇ ਉਹ ਨਾਮ ਯਾਦ ਨਹੀਂ ਆ ਰਿਹਾ। ਨਾਮ ਜਪਦਾ ਨਹੀਂ ਮਨੁੱਖ। ਮਨੁੱਖ ਨਾਮ ਜਪੇ, ਇਹਦੀ ਸੋਚ ਉੱਚੀ ਹੁੰਦੀ ਹੈ। ਨਾਮ ਜਪੀ ਜਾਓ, ਜਪੀ ਜਾਓ। ਬੇਵਕੂਫ ਬੰਦਾ ਵੀ ਕੁਝ ਸਾਲਾਂ ਬਾਅਦ ਸਿਆਣਾ ਹੋ ਜਾਂਦਾ। ਬੇਵਕੂਫ ਬੰਦਾ ਵੀ ਕੁਝ ਸਾਲਾਂ ਬਾਅਦ ਸਿਆਣਾ ਹੋ ਜਾਂਦਾ। ਕਿਉਂ? ਨਾਮ ਨੂੰ ਸਿਆਣਾ ਬਣਾ। ਸਾਰੀ ਅਕਲ ਪਰਮਾਤਮਾ ਤੋਂ ਆਉਂਦੀ ਹੈ, ਇਸ ਲਈ ਜਿਹੜਾ ਨਾਮ ਜਪਦਾ ਰਹਿੰਦਾ ਉਹ ਅਕਲਮੰਦ ਹੋ ਜਾਂਦਾ ਸਮਾਂ ਪਾ ਕੇ। ਤੁਹਾਡੇ ਕੀ ਆਦ ਨੇ? ਸਾਡਾ ਬੱਚਾ ਪੜ੍ਹਾਈ 'ਚ ਕਮਜ਼ੋਰ ਹੈ ਜੀ, ਅਸੀਂ ਪਾਠ ਦੇ ਦਿੰਦੇ, ਲੈ ਬੀਬੀ ਜਲ ਰੱਖ, ਇਹ ਪਾਠ ਕਰ। ਪਾਠ ਕਰ। ਗੁਰੂ ਨਾਨਕ ਦੀ ਬੇਨਤੀ ਕਰ, ਮੇਰਾ ਮੁੰਡਾ ਹੁਸ਼ਿਆਰ ਹੋ ਜਾਏ, ਫਿਰ ਇਹਨੂੰ ਪਾਣੀ ਪਿਲਾ ਦੀ। ਕਰ 40 ਦਿਨ। ਹਾਂ ਬਾਬਾ ਜੀ, ਪਹਿਲਾਂ ਨਾਲ ਫਰਕ ਪੈ ਗਿਆ। ਮੈਂ ਹੋਰ ਕਰੋ, ਪਾਠ ਹੀ ਕਰਨਾ। ਕਿਉਂ? ਉਹ ਪਾਠ ਨੇ ਬੱਚੇ ਦੇ ਵਿਚਾਰ ਬਦਲਦੇ। ਜਦੋਂ ਬਾਣੀ ਅੰਦਰ ਗਈ, ਬਾਣੀ ਨੇ ਪਾਣੀ 'ਤੇ ਅਸਰ ਕੀਤਾ। ਪਾਣੀ ਸਾਹਮਣੇ ਰੱਖ ਕੇ ਬਾਣੀ ਪੜ੍ਹੀ ਨੂੰ, ਬਾਣੀ ਪਾਣੀ ਦੇ ਵਿੱਚ ਘੁਲੀ, ਉਹ ਪਾਣੀ ਬੱਚੇ ਨੂੰ ਪਿਲਾਇਆ, ਉਹ ਪਾਣੀ ਬੱਚੇ ਨੂੰ ਪਿਲਾਇਆ। ਉਹਦੇ ਵਿਚਾਰ ਬਦਲਣੇ ਸ਼ੁਰੂ ਹੋ ਗਏ, ਉਹਦਾ ਸੁਭਾਅ ਬਦਲਣਾ ਸ਼ੁਰੂ ਹੋ ਗਿਆ। ਬਾਣੀ ਸਾਡੇ ਵਿਚਾਰਾਂ ਨੂੰ ਬਦਲਦੀ ਹੈ, ਬਾਣੀ ਸਾਡੇ ਸੁਭਾਅ ਨੂੰ ਬਦਲਦੀ ਹੈ। ਇਸ ਲਈ ਬਾਣੀ ਵੀ ਪੜ੍ਹਨੀ ਚਾਹੀਦੀ ਹੈ, ਨਾਮ ਵੀ ਜਪਣਾ ਚਾਹੀਦਾ। ਬਾਣੀ ਸਾਨੂੰ ਇੱਕ ਤਾਂ ਗਿਆਨ ਦਿੰਦੀ ਹੈ, ਕੀ ਕਰਨਾ ਹੈ, ਕੀ ਨਹੀਂ ਕਰਨਾ। ਅਤੇ ਦੂਜਾ ਪ੍ਰੇਰਨਾ ਦਿੰਦੀ ਹੈ। ਆ ਦੇਖੋ, ਹਰ 2 ਮਿੰਟਾਂ ਬਾਅਦ ਆਹੇ ਨਾਮ ਜਪੋ, ਪ੍ਰੇਰਨਾ ਮਿਲਦੀ ਰਹਿੰਦੀ। ਅਤੇ ਮੈਂ ਕੱਲ੍ਹ ਪਰਸੋਂ ਕਿ ਪ੍ਰੇਰਨਾ ਬਹੁਤ ਜ਼ਰੂਰੀ ਹੈ ਜ਼ਿੰਦਗੀ ਤਰੱਕੀ ਕਰਨ ਲਈ। ਤਰੱਕੀ ਕਰਨ ਲਈ ਪ੍ਰੇਰਨਾ ਬਹੁਤ ਜ਼ਰੂਰੀ ਹੁੰਦੀ ਹੈ। ਬਾਣੀ ਸਾਨੂੰ ਰੋਜ਼ ਪ੍ਰੇਰਿਤ ਕਰਦੀ ਰਹਿੰਦੀ ਹੈ। ਅਸੀਂ ਫਿਰ ਹੌਲੀ ਹੌਲੀ ਇਸ ਪਾਸੇ ਲੱਗ ਜਾਂਦੇ ਹਾਂ, ਲੱਗੇ ਫਿਰ ਕਿਤੇ ਦੇ ਕਿਤੇ ਪਹੁੰਚ ਜਾਂਦੇ ਹਾਂ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਹਰ ਪ੍ਰਭ ਚਿਤ ਨ ਆਵੇ, ਕਿਉਂ ਛੂਟਾ ਮੇਰੇ ਹਰ ਰਾਇਆ। ਹੇ ਹਰੀ ਪ੍ਰਭੂ, ਮੈਨੂੰ ਤੇ ਰੱਬ ਯਾਦ ਹੀ ਨਹੀਂ ਆਉਂਦਾ। ਮੇਰਾ ਇਸ ਮੋਹ ਮਾਇਆ ਤੋਂ, ਇਹ ਅਨ ਰਸਾਂ ਤੋਂ ਕਿਵੇਂ ਛੁਟਕਾਰਾ ਹੋਵੇਗਾ? ਅੱਗੇ ਫਿਰ ਇਹਦਾ ਸਾਰਾ ਹੱਲ ਦੱਸਣਗੇ, ਉਹ ਆਪਾਂ ਕੱਲ੍ਹ ਨੂੰ ਵਿਚਾਰਾ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।